ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੇਸ਼ ਨਾਲ ਧਰੋਹ ਨਹੀਂ ਕਰਨਾ ਚਾਹੀਦਾ, ਬੁਰੀ ਗੱਲ ਹੁੰਦੀ, ਪਰ ਅੰਗਰੇਜ਼ਾਂ ਨੂੰ ਜਾਪਿਆ ਸੀ ਇਹ ਗਿਆਨ ਸਾਨੂੰ ਦੇਣਾ ਜ਼ਰੂਰੀ ਹੈ, ਇਸ ਲਈ ਉਹਨਾਂ ਨੇ ਦੇਸ਼ ਧਰੋਹ ਬਾਰੇ ਇੱਕ ਕਾਨੂੰਨ ਬਣਾਇਆ ਸੀ 1870 ਵਿੱਚ। ਜ਼ਾਹਿਰ ਹੈ ਕਿ ਮਨਸ਼ਾ ਇਹੀ ਹੋਵੇਗੀ ਕਿ ਭਾਈ ਅੰਗਰੇਜ਼ ਦੀ ਹਕੂਮਤ ਦੇ ਖਿਲਾਫ ਬਗਾਵਤ ਨਾ ਕਰੋ। ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਦੇ ਇਸ ਤੋਹਫੇ ਦਾ ਸੰਵਿਧਾਨ ਘੜਨੀ ਸਭਾ ਵਿੱਚ ਵਿਰੋਧ ਹੋਇਆ, ਪਰ ਸਰਕਾਰ ਨੂੰ ਪਤਾ ਸੀ ਕਿ ਇਹ ਤੇ ਬੜੀ ਕੰਮ ਦੀ ਸ਼ੈ ਹੈ, ਇਸ ਲਈ ਕਾਨੂੰਨ ਰੱਖਿਆ ਵੀ ਗਿਆ ਤੇ ਇਹਦੀ ਵਰਤੋਂ ਵੀ ਖੂਬ ਹੋਈ। ਜਿਹੜਾ ਸਰਕਾਰ ਦੇ ਕਿਸੇ ਫੈਸਲੇ ਦਾ ਵਿਰੋਧ ਕਰੇ, ਨਾਗਰਿਕ ਆਜ਼ਾਦੀਆਂ ਦੀ, ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਵੇ, ਹਾਕਮ ਦੇ ਖਿਲਾਫ ਬੋਲੇ, ਠੋਕੋ ਉਹਦੇ ਉੱਤੇ ਦੇਸ਼ ਧਰੋਹ ਦਾ ਠੱਪਾ। ਹਰ ਸਰਕਾਰ ਨੇ ਇਹਨੂੰ ਵਰਤਿਆ, ਪਰ 2014 ਤੋਂ ਬਾਅਦ ਇਹਦੀ ਵਰਤੋਂ ਬਹੁਤੀ ਹੀ ਵੱਧ ਗਈ। ਹੋ ਸਕਦਾ ਹੈ ਕਿ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੋਕ ਜ਼ਿਆਦਾ ਦੇਸ਼ ਧਰੋਹੀ ਬਣਨੇ ਸ਼ੁਰੂ ਹੋ ਗਏ ਹੋਣ, ਜਾਂ ਫਿਰ ਹਰ ਵਿਰੋਧੀ ਵਿੱਚੋਂ ਦੇਸ਼ ਧਰੋਹੀ ਦੇਖਣ ਦੀ ਕੋਈ ਕਵਾਇਦ ਸ਼ੁਰੂ ਹੋ ਗਈ ਹੋਵੇ। ਕੁਝ ਕਾਰਕੁਨ ਸੁਪਰੀਮ ਕੋਰਟ ਪੁੱਜ ਗਏ। ਪਿਛਲੇ ਸਾਲ ਜਦੋਂ ਸਰਕਾਰ ਨੇ ਵੇਖਿਆ ਕਿ ਸੁਪਰੀਮ ਕੋਰਟ ਬੜੇ ਔਖੇ ਸਵਾਲ ਪੁੱਛ ਰਹੀ ਹੈ ਇਸ ਬਸਤੀਵਾਦੀ ਸਮਿਆਂ ਦੇ ਕਾਨੂੰਨ ਬਾਰੇ, ਤਾਂ ਕੇਂਦਰ ਨੇ ਅਦਾਲਤ ਨੂੰ ਕਿਹਾ ਕਿ ਅਸੀਂ ਜੀ ਪੁਨਰ ਵਿਚਾਰ ਕਰ ਰਹੇ ਹਾਂ, ਹਾਲ ਦੀ ਘੜੀ ਇਸ ਦੇਸ਼ ਧਰੋਹ ਵਾਲੇ ਕਾਨੂੰਨ ਨੂੰ ਠੰਡੇ ਬਸਤੇ ਵਿੱਚ ਪਾ ਦਿਓ। ਸੁਪਰੀਮ ਕੋਰਟ ਨੇ ਕਿਹਾ ਠੀਕ ਹੈ, ਪਰ ਉਨੀ ਦੇਰ ਇਸ ਕਾਨੂੰਨ ਥੱਲੇ ਚੱਲ ਰਹੇ ਸਾਰੇ ਕੇਸ ਉੱਥੇ ਦੇ ਉੱਥੇ ਹੀ ਰੋਕੇ ਜਾਂਦੇ ਹਨ। ਜੇ ਕੋਈ ਤਫਤੀਸ਼ ਹੋ ਰਹੀ ਹੈ ਰੁਕ ਜਾਏਗੀ। ਇਹ ਮਈ 2022 ਦੀ ਗੱਲ ਹੈ, ਪਿਛਲੇ ਸਾਲ ਦੀ। ਇਸ ਸਾਲ 1 ਮਈ ਨੂੰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਕ੍ਰਿਮੀਨਲ ਲਾ ਰਿਫਾਰਮਸ ਬਾਰੇ ਸਾਰੀਆਂ ਸੰਬੰਧਿਤ ਧਿਰਾਂ ਨਾਲ ਸਲਾਹ ਮਸ਼ਵਰਾ ਬੜੀ ਐਡਵਾਂਸਡ ਸਟੇਜ ਤੇ ਪਹੁੰਚ ਚੁੱਕਾ ਹੈ, ਇਸ ਦੇਸ਼ ਧਰੋਹ ਕਾਨੂੰਨ ਬਾਰੇ ਵੀ। ਇਸ ਲਈ ਪਾਰਲੀਮੈਂਟ ਦੇ ਚਲੰਤ ਮਾਨਸੂਨ ਸੈਸ਼ਨ ਤੋਂ ਬਾਅਦ ਮਾਮਲਾ ਦੁਬਾਰਾ ਸੁਣ ਲਿਆ ਜਾਵੇ। ਸਰਵਉੱਚ ਅਦਾਲਤ ਨੇ ਹੁਣ ਅਗਸਤ ਦੇ ਮਹੀਨੇ ਮਾਮਲਾ ਦੁਬਾਰਾ ਸੁਣਨਾ ਹੈ, ਕਿਹਾ ਜਾ ਰਿਹਾ ਕਿ ਸੈਕੰਡ ਵੀਕ ਦੇ ਵਿੱਚ। ਹੁਣ ਤੱਕ ਇਹੀ ਸਮਝਿਆ ਜਾ ਰਿਹਾ ਸੀ ਕਿ ਅਦਾਲਤ ਵਿੱਚ ਇਸ ਗੱਲ ਉੱਤੇ ਫੈਸਲਾ ਹੋਣਾ ਹੈ ਕਿ ਕਾਨੂੰਨ ਨੂੰ ਰਿਟੇਨ ਰੱਖਿਆ ਜਾਵੇ, ਇੱਦਾਂ ਦਾ ਇੱਦਾਂ ਹੀ ਰੱਖਿਆ ਜਾਵੇ ਜਿਵੇਂ ਹੈ, ਜਾਂ ਇਹਨੂੰ ਡਿਲਿਊਟ ਕੀਤਾ ਜਾਵੇਗਾ, ਕੁਝ ਨਰਮ ਕਰ ਦਿੱਤਾ ਜਾਵੇਗਾ, ਜਾਂ ਜੜੋਂ ਪੁੱਟ ਕੇ ਬਾਹਰ ਸੁੱਟਿਆ ਜਾਵੇਗਾ। ਪਰ ਇਸ ਦੌਰਾਨ ਇੱਕ ਨਵਾਂ ਬੰਬ ਆਣ ਡਿੱਗਿਆ। ਲਾ ਕਮਿਸ਼ਨ ਆਫ ਇੰਡੀਆ ਨੇ ਇਸੇ ਦੇਸ਼ ਧਰੋਹ ਕਾਨੂੰਨ ਬਾਰੇ ਹੁਣੇ ਆਪਣੀਆਂ ਸਿਫਾਰਸ਼ਾਂ ਜਾਰੀ ਕਰ ਦਿੱਤੀਆਂ ਹਨ। ਇਸ ਸੰਵਿਧਾਨਿਕ ਕਮਿਸ਼ਨ ਨੇ ਕਿਹਾ ਹੈ ਕਿ ਇਹ ਦੇਸ਼ ਧਰੋਹ ਵਾਲਾ ਕਾਨੂੰਨ ਸੈਕਸ਼ਨ 124A, ਜਿਸ ਨੂੰ ਸੈਡੀਸ਼ਨ ਐਕਟ ਕਿਹਾ ਜਾਂਦਾ ਹੈ, ਇਹ ਰੱਖਣਾ ਚਾਹੀਦਾ ਹੈ, ਬਲਕਿ ਇਹਨੂੰ ਹੋਰ ਸਖਤ ਕਰਨਾ ਚਾਹੀਦਾ। ਉਮਰ ਕੈਦ ਦੀ ਸਜ਼ਾ ਹੋਵੇ ਦੇਸ਼ ਧਰੋਹੀਆਂ ਨੂੰ, ਘੱਟੋ ਘੱਟ ਸਜ਼ਾ ਹੋਵੇ 7 ਸਾਲ ਦੀ, ਨਾਲ ਫਾਈਨ ਵੀ। ਕਮਿਸ਼ਨ ਨੇ ਕਾਨੂੰਨ ਦੀ ਨਵੀਂ ਇਬਾਰਤ ਵੀ ਸ਼ਾਇਆ ਕੀਤੀ ਹੈ। ਉਹ ਨਵੀਂ ਇਬਾਰਤ ਕੁਝ ਇਸ ਕਿਸਮ ਦੀ ਹੈ ਕਿ ਪਹਿਲਾਂ ਤਾਂ ਕਾਨੂੰਨ ਇਹ ਕਹਿੰਦਾ ਸੀ ਕਿ ਤੁਸੀਂ ਕੁਝ ਕਹੋ ਇਹੋ ਜਿਹਾ ਦੇਸ਼ ਧਰੋਹੀ ਤੱਤ ਵਾਲਾ ਜਿਹਦੇ ਨਾਲ ਵਾਇਲੈਂਸ ਫੈਲ ਸਕਦੀ ਹੋਵੇ। ਹੁਣ ਨਵੀਂ ਇਬਾਰਤ ਵਿੱਚ ਕਿਹਾ ਕਿ ਜੇ ਇਹੋ ਜਿਹੀ ਟੈਂਡੈਂਸੀ ਵੀ ਹੋਵੇ, ਇਹੋ ਜਿਹਾ ਕੋਈ ਉਧਰ ਨੂੰ ਝੁਕਾਅ ਵੀ ਹੁੰਦਾ ਹੋਵੇ ਜਿਹਦੇ ਨਾਲ ਵਾਇਲੈਂਸ ਫੈਲ ਸਕਦੀ ਹੋਵੇ, ਤਾਂ ਵੀ ਇਸ ਕਾਨੂੰਨ ਥੱਲੇ ਧਰ ਲਿਆ ਜਾਵੇ। ਮਾਮਲਾ ਹੁਣ ਆਏਗਾ ਸੁਪਰੀਮ ਕੋਰਟ ਦੇ ਵਿੱਚ, ਉਸ ਵੇਲੇ ਤਾਂ ਸੁਣਵਾਈ ਹੋਏਗੀ। ਪਰ ਅਸੀਂ ਅੱਜ ਗੱਲ ਕਰਨੀ ਚਾਹੁੰਦੇ ਹਾਂ ਆਪਣੇ ਦੋਨਾਂ ਮਾਹਿਰਾਂ ਨਾਲ। ਇੱਥੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਪੋਲੀਟੀਕਲ ਸਾਇੰਸ ਦੇ ਸ਼ੋਬੇ ਤੋਂ ਹਨ, ਸੈਡੀਸ਼ਨ ਦੇ ਸਲਾਹ ਨੂੰ ਬੜੀ ਨੇੜਿਓਂ ਪੜ੍ਹਦੇ ਨਜਿੱਠਦੇ ਹਨ। ਸਾਡੇ ਹੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਪਹਿਲਾਂ ਵੀ, ਸਾਲ ਭਰ ਪਹਿਲਾਂ ਵੀ ਸੈਡੀਸ਼ਨ ਦੇ ਇਸੇ ਲਾਅ ਦੇ ਉੱਤੇ ਡਿਸਕਸ਼ਨ ਦਾ ਹਿੱਸਾ ਸਨ। ਸਾਡੇ ਨਾਲ ਜੁੜ ਰਹੇ ਨੇ ਰਾਜੀਵ ਗੋਦਾਰਾ ਜੀ। ਰਾਜੀਵ ਗੋਦਾਰਾ ਜੀ ਵਕੀਲ ਹਨ, ਪ੍ਰੈਕਟਿਸ ਕਰਦੇ ਹਨ। ਸੈਡੀਸ਼ਨ ਦੇ ਮੁਕੱਦਮੇ ਕਿਸ ਤਰੀਕੇ ਦੇ ਨਾਲ ਬਣਾਏ ਜਾਂਦੇ ਹਨ, ਅਦਾਲਤਾਂ ਦੇ ਵਿੱਚ ਫਿਰ ਕਿਵੇਂ ਚੱਲਦੇ ਹਨ, ਕਿਵੇਂ ਸੁਣਵਾਈਆਂ ਹੁੰਦੀਆਂ ਹਨ, ਕਿੰਨਿਆਂ ਕੁ ਨੂੰ ਸਜ਼ਾ ਹੁੰਦੀ ਹੈ, ਕਿੰਨਿਆਂ ਕੁ ਨੂੰ ਸਾਬਤ ਹੋ ਪਾਉਂਦਾ, ਨਹੀਂ ਹੋ ਪਾਉਂਦਾ, ਸਰਕਾਰ ਕਿੰਨਿਆਂ ਕੁ ਚਾਰਜ ਸ਼ੀਟਾਂ ਫਾਈਲ ਕਰਦੀ ਹੈ, ਤੇ ਅਸਲ ਵਿੱਚ ਇਸ ਕਾਨੂੰਨ ਦੇ ਪਿੱਛੇ ਮਨਸ਼ਾ ਕੀ ਹੈ, ਇਸ ਨੂੰ ਬੜੀ ਨੇੜਿਓਂ ਸਮਝਦੇ ਹਨ। ਰਾਜੀਵ ਗੋਦਾਰਾ ਜੀ, ਸਿੰਸ ਯੂ ਆਰ ਦਾ ਲਾਇਰ, ਲੈਟ ਵੀ ਟਾਕ ਟੂ ਯੂ ਫਸਟ। ਤੁਹਾਨੂੰ ਜਾਪਦਾ ਹੈ ਕਿ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਵਿਚਾਰ ਕਰਾਂਗੇ ਤੇ ਦੱਸਾਂਗੇ, ਜਦੋਂ ਸੁਪਰੀਮ ਕੋਰਟ ਔਖੇ ਸਵਾਲ ਪੁੱਛ ਰਹੀ ਸੀ, ਇਹ ਗੱਲਾਂ ਸੁਪਰੀਮ ਕੋਰਟ 'ਚ ਹੋ ਰਹੀਆਂ ਸੀ ਕਿ ਕਾਨੂੰਨ ਆਪਣਾ ਸਮਾਂ ਵਿਹਾ ਚੁੱਕਾ ਹੈ, ਤਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਵਿਚਾਰ ਕਰਕੇ ਤੁਹਾਨੂੰ ਆ ਕੇ ਦੱਸਾਂਗੇ। ਵੀ ਅੰਡਰਸਟੂਡ, ਐਵਰੀਬਾਡੀ ਅੰਡਰਸਟੂਡ। ਕਪਿਲ ਸਿੱਬਲ ਜੀ ਨੇ ਹੁਣੇ ਜੇ ਲੇਖ ਲਿਖਿਆ ਇੰਡੀਅਨ ਐਕਸਪ੍ਰੈਸ ਦੇ ਵਿੱਚ, ਉਹਨਾਂ ਨੇ ਕਿਹਾ ਸਭ ਨੂੰ ਇਹੀ ਸਮਝ ਆਇਆ ਕਿ ਭਾਈ ਸਰਕਾਰ ਵਿਚਾਰ ਕਰੇਗੀ ਕਿ ਕਾਨੂੰਨ ਇੱਦਾਂ ਦਾ ਇੱਦਾਂ ਰੱਖਣਾ ਹੈ, ਤਾਂ ਇਹਦੇ ਕੋਈ ਆਰਗੂਮੈਂਟ ਦੇਗੀ।
ਜੇ ਕਾਨੂੰਨ ਨੂੰ ਡਿਲੀਟ ਕਰਨਾ ਤਾਂ ਕੁਝ ਆਰਗੂਮੈਂਟਸ ਤੋਂ ਪ੍ਰਭਾਵਿਤ ਹੋ ਕੇ ਇਹ ਦੇਖਿਆ ਜਾਏਗਾ ਕਿੰਨਾ ਕੁ ਡਿਲੀਟ ਕਰਦੀ ਹੈ। ਇਹ ਸਰਕਾਰ ਸ਼ਾਇਦ ਇਸ ਕਿਸਮ ਦੀ ਤਾਂ ਨਹੀਂ ਲੱਗਦੀ ਕਿ ਸਕ੍ਰੈਪ ਹੀ ਕਰ ਦੇਵੇ, ਪਰ ਕਰ ਵੀ ਸਕਦੀ ਹੈ। ਹੁਣ ਇਹ ਜਿਹੜੀਆਂ ਲਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਆਈਆਂ ਨੇ, ਦਿਸ ਇਜ਼ ਐਂਟਾਇਰਲੀ ਇਨ ਦਾ ਆਪੋਜ਼ਿਟ ਡਾਇਰੈਕਸ਼ਨ, ਕੰਪਲੀਟਲੀ ਵਿਰੋਧੀ ਦਿਸ਼ਾ ਦੇ ਵਿੱਚ ਹੈ ਕਿ ਕਾਨੂੰਨ ਨੂੰ ਹੋਰ ਸਖਤ ਕਰ ਦਿੱਤਾ ਜਾਵੇ। ਇਸ ਨੂੰ ਕਿਵੇਂ ਪੜ੍ਹਦੇ ਹੋ ਤੁਸੀਂ? ਜਦੋਂ ਸੁਪਰੀਮ ਕੋਰਟ ਦੇ ਵਿੱਚ ਗੱਲ ਹੋ ਰਹੀ ਸੀ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਕਿ ਆਊਟਡੇਟਡ ਗੱਲ ਹੋ ਗਈ ਹੈ, ਹੁਣ ਇਸ ਤਰ੍ਹਾਂ ਦੇ ਕਾਨੂੰਨ ਦਾ ਕੋਈ ਮਤਲਬ ਨਹੀਂਗਾ। ਉਹ ਤਾਂ ਬਿਲਕੁਲ ਤੇ ਸਰਕਾਰ ਨੇ ਕਿਹਾ ਸੀ ਇਹਦੇ ਵਿਚਾਰ ਕਰਕੇ ਆਪਦੀ ਗੱਲ ਰੱਖਾਂਗੇ। ਉਦੋਂ ਤੱਕ ਸੁਪਰੀਮ ਕੋਰਟ ਨੇ ਸਾਰੇ ਕੇਸਾਂ ਤੇ ਰੋਕ ਲਾ ਦਿੱਤੀ ਸੀ ਜਿਹੜੇ ਚੱਲ ਰਹੇ ਨੇ, ਨਵੇਂ ਵੀ ਐਫਆਈਆਰ ਇਹਦੇ ਵਿੱਚ ਨਾ ਹੋਵੇ, ਇਹ ਵੀ ਕਹਿਤਾ ਸੀ। ਜਿਹੜਾ ਇੰਟਰਿਮ ਆਰਡਰ ਸੀ ਪਿਛਲਿਆਂ ਤੇ ਰੋਕ ਲਾਣਾ ਤੇ ਨਵੀਂ ਐਫਆਈਆਰ ਨਾ ਹੋਵੇ ਜਦੋਂ ਤੱਕ, ਇਹ ਆਪਣੇ ਆਪ 'ਚ ਬਹੁਤ ਵੱਡਾ ਸੰਕੇਤ ਹੈ ਬਿਲਕੁਲ ਕਿ ਇਹ ਕਾਨੂੰਨ ਦੇ ਮੁਤਾਬਿਕ ਜਿਹੜਾ ਕਾਨੂੰਨ ਹੈਗਾ ਇਹਦੇ ਮੁਤਾਬਿਕ ਚੱਲਣਾ ਠੀਕ ਨਹੀਂਗਾ। ਤੇ ਇਹਦਾ ਮਤਲਬ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹ ਤੋਂ ਨਵੀਂ ਗੱਲ ਲੈ ਕੇ ਆਵਾਂਗੇ। ਨਵੀਂ ਗੱਲ ਕੀ ਹੋ ਸਕਦੀ ਹੈ ਕਿ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੋਏਗਾ। ਉਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਜਿਹੜੀ ਨਵੀਂ ਗੱਲ ਲਿਆਣੀ ਸੀ ਉਹਦੇ ਵਾਸਤੇ ਜਿਹੜੀ ਪ੍ਰਕਿਰਿਆ ਅਪਣਾਈ ਉਹ ਇਹ ਕੀਤਾ ਕਿ ਲਾਅ ਕਮਿਸ਼ਨ ਨੂੰ ਮਾਮਲਾ ਦੇਤਾ, ਇੱਕ ਰੈਫਰੈਂਸ ਭੇਜਤਾ ਕਿ ਤੁਸੀਂ ਇਹਦੇ ਵਿਚਾਰ ਕਰੋ। ਹੁਣ ਨਵੰਬਰ ਦੇ ਵਿੱਚ ਰੈਫਰੈਂਸ ਗਿਆ, ਮਈ ਦੇ ਵਿੱਚ ਫੈਸਲਾ ਸੀ ਸੁਪਰੀਮ ਕੋਰਟ ਦਾ ਪਿਛਲੇ ਸਾਲ, ਨਵੰਬਰ 2022 ਦੇ ਵਿੱਚ ਕਮਿਸ਼ਨ ਕੋਲ ਗਿਆ। ਕਮਿਸ਼ਨ ਨੇ ਆਪਦੀ ਰਿਪੋਰਟ ਦੇ ਵਿੱਚ ਕਿਹਾ ਕਿ ਅਸੀਂ ਬਹੁਤ ਸਾਰੇ ਸੈਮੀਨਾਰਸ ਕੀਤੇ, ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ, ਪਿਛਲਾ ਲਾਅ ਵੇਖਿਆ, ਸਾਰਾ ਕੁਝ ਵੇਖਿਆ, ਡੇਟਾ ਵੇਖਿਆ, ਅੰਕੜਾ ਵੇਖਿਆ। ਪਰ ਦਰਸ਼ਕ ਵੀ ਜਾਣਦੇ ਨੇ ਤੇ ਆਪਾਂ ਵੀ ਜਾਣਦੇ ਹਾਂ ਕਿੰਨੀ ਕੁ ਬਹਿਸਾਂ ਹੋਈਆਂ। ਆਪਾਂ ਪੰਜਾਬ ਹਰਿਆਣਾ ਦੋ ਸਟੇਟ ਦੀ ਰਾਜਧਾਨੀ ਚੰਡੀਗੜ੍ਹ ਹੈਗੀ, ਯੂਨੀਵਰਸਿਟੀਆਂ ਨੇ, ਪ੍ਰੋਫੈਸਰਸ ਨੇ, ਵਕੀਲ ਨੇ। ਮੈਂ ਤਾਂ ਨਹੀਂ ਵੇਖਿਆ ਕਿਤੇ ਕੋਈ ਸੈਮੀਨਾਰ ਸਰਕਾਰ ਨੇ ਜਾਂ ਕਿਸੇ ਨੇ ਕੋਈ ਐਡਵਰਟਾਈਜ਼ਮੈਂਟ ਤੱਕ ਨਹੀਂ ਦਿੱਤੀ ਕਿਸੇ ਅਖਬਾਰ ਦੇ ਵਿੱਚ ਕਿ ਸਾਨੂੰ ਇਹਦੇ ਤੇ ਆਪਣੀ ਰਾਏ ਭੇਜੋ, ਕਿਤੇ ਕੋਈ ਕਿਸ ਤਰ੍ਹਾਂ ਗੱਲ ਹੋ ਰਹੀ ਹੋਵੇ। ਹੁਣ ਕਮਿਸ਼ਨ ਨੇ ਆਪਦੀ ਕੁਝ ਗੱਲਾਂ ਕਹਿਤੀਆਂ ਤੇ ਸਰ ਕਮਿਸ਼ਨ ਨੇ ਇਹ ਕਹਿ ਕੇ ਕੰਮ ਨਿਬੇੜਨ ਦੀ ਕੋਸ਼ਿਸ਼ ਕੀਤੀ ਕਿ ਦੇਸ਼ ਦੀ ਇਹਦੇ ਵਿੱਚ ਹੈ ਨਾ, ਇੱਕ ਤਾਂ ਪ੍ਰੋਸੀਜਰਲ ਕੁਝ ਚੀਜ਼ਾਂ ਸੁਧਾਰ ਕਰ ਦਿੱਤੀਆਂ ਜਾਣ ਤਾਂ ਕਿ ਇਸ ਤਰ੍ਹਾਂ ਦੇ ਪਰਚੇ ਨਾ ਹੋਣ। ਦੂਜਾ ਉਹਨੇ ਕਹਿਤਾ, ਜਿਵੇਂ ਤੁਸੀਂ ਜ਼ਿਕਰ ਕੀਤਾ, ਕਿ ਬੰਦਾ ਸਿਰਫ ਇਹ ਨਾ ਹੋਵੇ ਕਿ ਉਹਦੀ ਗੱਲਾਂ ਤੋਂ ਸੈਡੀਸ਼ਨ ਦੀ ਸਰਕਾਰ ਦੇ ਪ੍ਰਤੀ ਡਿਸਲੋਇਲਟੀ ਜਾਂ ਡਿਸਅਫੈਕਸ਼ਨ ਹੋ ਰਿਹਾ, ਬਲਕਿ ਉਹਦੀ ਜੇ ਟੈਂਡੈਂਸੀ ਰਹੀ ਹੋਵੇ ਤਾਂ ਫਿਰ ਇਹ ਦੋ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਅੱਗੇ ਵੀ ਇਹੋ ਜਿਹੀਆਂ ਗੱਲਾਂ ਕਰਦਾ ਹੈ, ਹੁਣ ਵੀ ਇਹੋ ਜਿਹੀ ਕਰ ਰਿਹਾ ਸੀ। ਇਹਦਾ ਮਤਲਬ ਇਹੀ ਹੋਏਗਾ ਕਿ ਦੇਸ਼ ਤੋਂ ਫੈਲਾਣਾ ਚਾਹ ਰਿਹਾ। ਸੋ ਪਰ ਉਹਦੇ ਵਿੱਚ ਉਹਨਾਂ ਨੇ ਟੈਂਡੈਂਸੀ ਵਾਲੀ ਗੱਲ ਨੂੰ ਫਿਰ ਐਕਸਪਲੇਨ ਕਰਤਾ ਤੇ ਉੱਥੇ ਫਿਰ ਕੰਮ ਉੱਥੇ ਦੇ ਉੱਥੇ ਲਿਆਤਾ। ਉਹਨੇ ਲਿਖਤਾ ਕਿ ਜਿਹੜਾ ਟੈਂਡੈਂਸੀ ਸ਼ਬਦ ਹੈ ਇਹਦਾ ਅਰਥ ਇਹ ਨਹੀਂਗਾ ਕਿ ਉਹਦਾ ਜਿਹੜਾ ਹੈ ਨਾ ਕੋਈ ਐਕਚੁਅਲ ਦੇ ਵਿੱਚ ਵਾਇਲੈਂਸ ਹੋ ਗਈ ਹੋਵੇ ਜਾਂ ਪਬਲਿਕ ਆਰਡਰ ਨੂੰ ਥ੍ਰੈਟ ਹੋ ਗਿਆ ਹੋਵੇ, ਇਹਦੀ ਕੋਈ ਲੋੜ ਨਹੀਂ। ਸੋ ਹੁਣ ਹਿੰਸਾ ਹੋਣ ਦੀ ਵੀ ਲੋੜ ਨਹੀਂ ਹੈ, ਹਿੰਸਾ ਨਹੀਂ ਵੀ ਹੋਈ, ਹੋ ਨਹੀਂ ਵੀ ਸਕਦੀ। ਪਰ ਜੇ ਤੁਹਾਡਾ ਇਰਾਦਾ ਸੀ, ਤੁਸੀਂ ਤੁਹਾਡੀ ਗੱਲ ਤੋਂ ਇਹ ਮੈਂ ਇੰਟਰਪ੍ਰੀਟ ਕਰ ਸਕਦਾ ਕਿ ਤੁਸੀਂ ਕਰਵਾਉਣਾ ਚਾਹੁੰਦੇ ਸੀ, ਤਾਂ ਵੀ ਤੁਸੀਂ ਦੇਸ਼ ਧਰੋਹੀ ਉਹਦਾ ਰੁਝਾਨ ਇਹ ਜਾਂ ਦਿਸਦਾ ਹੋਵੇ। ਇਹ ਜਿਹੜਾ ਇੰਸਪੈਕਟਰ ਹੈ ਉਹਨੇ ਕਿਹਾ ਪ੍ਰੋਸੀਜਰ ਇਹ ਕੀਤਾ ਕਿ ਇੰਸਪੈਕਟਰ ਜਿਹੜਾ ਹੈ ਉਹ ਪਹਿਲਾਂ ਵਿਚਾਰ ਕਰੇਗਾ, ਇਨਕੁਆਇਰੀ ਕਰੇਗਾ, ਹਫਤੇ ਦੇ ਵਿੱਚ ਰਿਪੋਰਟ ਦੇਗਾ ਤੇ ਰੀਜ਼ਨ ਦੇਗਾ ਫਿਰ ਕਿਉਂ ਬਣਨੀ ਚਾਹੀਦੀ ਹੈ। ਹੁਣ ਕੌਣ ਨਹੀਂ ਜਾਣਦਾ ਇਸ ਦੇਸ਼ ਦੇ ਵਿੱਚ ਕਿ ਵੀ ਇੰਸਪੈਕਟਰ ਪੁਲਿਸ ਦਾ ਜਦੋਂ ਸੈਡੀਸ਼ਨ ਦਾ ਕੇਸ ਦਰਜ ਹੁੰਦਾ ਹੈ ਕੀ ਕੋਈ ਇੰਸਪੈਕਟਰ ਕਰਦਾ ਹੈ? ਹੁਣ ਤੱਕ ਤੇ ਸਾਰੇ ਉਦਾਹਰਣ ਵੇਖ ਲਓ ਚੁੱਕੇ। ਬਾਰਬਰਾ ਗੋਨਸਾਲਵੇਜ਼ ਤੇ ਸੁਰਿੰਦਰ ਗੈਡਲਿੰਗ ਤੇ ਰੋਨਾ ਵਿਲਸਨ, ਇਹਨਾਂ ਨੂੰ ਕਿਸੇ ਥਾਣੇਦਾਰ ਨੇ ਫੜ ਕੇ ਅੰਦਰ ਕੀਤਾ ਹੋਇਆ। ਯਾਦ ਹੋਏਗਾ ਤੁਹਾਨੂੰ ਤਮਿਲਨਾਡੂ ਦੇ ਕੋਡਨ ਕਲਾਮ ਜਿਹੜਾ ਜਗ੍ਹਾ ਹੈ ਜੀ ਨਿਊਕਲੀਅਰ ਪਲਾਂਟ ਦੇ ਖਿਲਾਫ ਚੱਲ ਰਿਹਾ ਸੀ, 9000 ਲੋਕਾਂ ਦੇ ਸੈਡੀਸ਼ਨ ਦਾ ਕੇਸ ਹੋਇਆ। ਹਰਿਆਣਾ ਦੇ 9000 ਲੋਕੀ ਦੇਸ਼ ਧਰੋਹੀ ਹੋ ਗਏ ਉੱਥੇ ਕਿਉਂਕਿ ਉਹ ਚਾਹੁੰਦੇ ਸੀ ਇਹ ਨਿਊਕਲੀਅਰ ਪਲਾਂਟ ਇੱਥੇ ਨਾ ਬਣੇ। ਹੁਣ ਇਹ ਜਿਹੜੇ ਫੈਸਲੇ ਹੁੰਦੇ ਨੇ ਕੀ ਕੋਈ ਇੰਸਪੈਕਟਰ ਕਰਦਾ, ਕੀ ਕੋਈ ਇੰਸਪੈਕਟਰ ਥੱਲੇ ਵਾਲੀ ਪੋਸਟ ਤੇ ਬੈਠੇ ਬੰਦਾ ਕਰ ਦਿੰਦਾ ਕਿ ਤੁਸੀਂ ਇੰਸਪੈਕਟਰ ਨੂੰ ਕਹਿਤਾ ਕਿ ਉਹ ਵਿਚਾਰ ਕਰੇਗਾ। ਜਿੱਥੋਂ ਤੱਕ ਰਹੇਗੀ ਗੱਲ ਰੀਜ਼ਨ ਦਾ ਐਫਆਈਆਰ ਦੇ ਵਿੱਚ ਤੁਸੀਂ ਕਹਾਣੀ ਉਸ ਤਰ੍ਹਾਂ ਲਿਖੀ ਜਾਂਦੀ ਹੈ। ਆਪਾਂ ਜਿਹੜਾ ਡਿਬੇਟ ਕਰ ਰਹੇ ਹਾਂ ਇਹ ਵੀ ਸਰਕਾਰ ਦੇ ਖਿਲਾਫ ਡਿਸਅਫੈਕਸ਼ਨ ਫੈਲਾ ਸਕਦਾ ਆਪਣੇ, ਹੋ ਸਕਦਾ ਫਿਰ ਇੰਸਪੈਕਟਰ ਸਾਹਿਬ ਸੋਚਣ ਵੀ ਇਹ ਸਰਕਾਰ ਦੇ ਖਿਲਾਫ ਥੋੜਾ ਬਗਾਵਤੀ ਜਿਹਾ ਮਾਹੌਲ ਬਣਾ ਰਹੇ ਨੇ। ਇਸ ਕਰਕੇ ਜਿਹੜਾ ਵੱਡਾ ਸਵਾਲ, ਅਸੀਂ ਤੁਹਾਨੂੰ ਵਕੀਲ ਕਰਾਂਗਾ, ਤੁਸੀਂ ਤੇ ਅੰਦਰ ਚੱਲਣ ਜਾਓਗੇ ਮੇਰੇ ਨਾਲ ਹੀ, ਮੈਂ ਪਹਿਲਾਂ ਹੀ ਤੁਹਾਡੇ ਨਾਲ ਚੱਲਾਂਗਾ, ਕੋਈ ਗੱਲ ਨਹੀਂ। ਹੁਣ ਜਿਹੜਾ ਸਵਾਲ ਹੈ, ਜਿਹੜਾ ਜਿਹਦੇ ਆਲੇ ਦੁਆਲੇ ਗੱਲ ਘੁੰਮਦੀ ਹੈ, ਉਹ ਬੇਸਿਕ ਜਿਹੜਾ ਸਵਾਲ ਹੈ ਉਹਨੂੰ ਕਿਵੇਂ ਡੀਲ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਉਹਦੇ ਵੱਲ ਪੂਰੀ ਤਰ੍ਹਾਂ ਗੱਲ ਨਹੀਂ ਗਈ। ਗੱਲ ਸਿਰਫ ਉੱਥੇ ਜਾ ਕੇ ਟਿਕ ਗਈ ਕਿ ਕੁਝ ਪ੍ਰੋਸੀਜਰਲ ਸੁਧਾਰ ਕਰ ਦਿਓ, ਜਿਵੇਂ ਇੰਸਪੈਕਟਰ ਵਿਚਾਰ ਕਰੇਗਾ, ਪਹਿਲਾਂ ਹਫਤੇ ਦੇ ਵਿੱਚ ਰਿਪੋਰਟ ਦੇਗਾ ਤੇ ਫਿਰ ਹੀ ਪਰਚਾ ਦਰਜ ਹੋਏਗਾ। ਖਾਲਿਦ ਸਾਹਿਬ, ਸਰਕਾਰ ਇਹ ਕਹਿ ਸਕਦੀ ਹੈ, ਦੇਖੋ ਲਾਅ ਕਮਿਸ਼ਨ ਦੀਆਂ ਸਿਫਾਰਿਸ਼ਾਂ ਹੁੰਦੀਆਂ ਨੇ, ਇਹ ਮਤਲਬ ਇੱਕ ਤਾਂ ਇਹ ਲਾਅ ਕਮਿਸ਼ਨ ਕਿਹੋ ਜਿਹੇ ਹੈਗੇ ਨੇ ਇਹਦੇ ਬਾਰੇ ਵੀ ਆਪਾਂ ਕਰਾਂਗੇ ਗੱਲ, ਤਾਂ ਇਹਦੇ ਤੇ ਵੀ ਬੜਾ ਸ਼ੱਕ ਹੈ। ਪਰ ਇਹ ਜਿਹੜੀ ਉਹਦੀ ਰਿਪੋਰਟ ਹੈ, ਸਰਕਾਰ ਕਹਿ ਸਕਦੀ ਹੈ ਦੇਖੋ ਜੀ ਇਹ ਤਾਂ ਲਾਅ ਕਮਿਸ਼ਨ ਦੀ ਰਿਪੋਰਟ ਹੈ, ਤੁਹਾਨੂੰ ਚੰਗਾ ਭਲਾ ਪਤਾ ਹੈ ਵੀ ਇਹ ਤਾਂ ਰਿਕਮੈਂਡੇਸ਼ਨ ਹੁੰਦੀ ਹੈ ਜੀ, ਸਿਫਾਰਿਸ਼ ਹੁੰਦੀ ਹੈ, ਸਰਕਾਰਾਂ ਅਕਸਰ ਹੀ ਨਹੀਂ ਮੰਨਦੀਆਂ, ਅਸੀਂ ਮੰਨਾਂਗੇ ਨਹੀਂ ਮੰਨਾਂਗੇ। ਤੁਸੀਂ ਕਿਵੇਂ ਕਹਿ ਸਕਦੇ ਹੋ? ਉਹ ਅਰਜੁਨ ਮੇਘਵਾਲ ਜੀ ਸਾਡੇ ਜਿਹੜੇ ਕਾਨੂੰਨਦਾਨ ਮਹਾਨ ਨੇ ਦੇਸ਼ ਦੇ, ਮਿਨਿਸਟਰ ਆਫ ਸਟੇਟ ਫॉर ਲਾਅ ਐਂਡ ਜਸਟਿਸ, ਉਹਨਾਂ ਨੇ ਆਲਰੇਡੀ ਕਿਹਾ ਕਿ ਇਹ ਸਿਫਾਰਿਸ਼ਾਂ ਨੇ, ਸੋ ਸਰਕਾਰ ਤੇ ਕੋਈ ਬਾਧਿਅਤਾ ਹੈ ਨਹੀਂ ਹੈ। ਸੋ ਹੁਣ
ਪ੍ਰੋਬਲਮ ਹੈ ਕਿ ਮੈਂ ਤਾਂ ਸਰਕਾਰ ਦੀ ਮਨਸ਼ਾ ਪੜ੍ਹਨੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਣਾ, ਸੋ ਆਈ ਵਾਂਟ ਟੂ ਅੰਡਰਸਟੈਂਡ ਸਰਕਾਰ ਪੋਸੀਬਲੀ ਕੀ ਇਫੈਕਟ ਲੈ ਸਕਦੀ, ਜਾਂ ਤੇ ਸਰਕਾਰ ਨੇ ਕਿਤੇ ਕੋਈ ਕਮੇਟੀ ਬਣਾਈ ਹੋਵੇ, ਕਿਤੇ ਬਹਿਸਾਂ ਚੱਲ ਰਹੀਆਂ ਹੋਣ, ਕਿਤੇ ਹੋਮ ਮਿਨਿਸਟਰ ਕੁਝ ਬੋਲੇ ਹੋਣ ਤਾਂ ਉੱਥੋਂ ਪਤਾ ਲੱਗੇ। ਹੁਣ ਸਰਕਾਰ ਦੀ ਇਹੀ ਇੱਕ ਕਮਿਸ਼ਨ ਹੈ ਤੇ ਜੱਜ ਸਾਹਿਬ ਤੇ ਬੜੇ ਵੈਲ ਨੋਨ ਹੈਗੇ ਨੇ, ਰਿਤੂ ਰਾਜ ਅਵਸਥੀ ਜੀ, ਇਹਨਾਂ ਬਾਰੇ ਵੀ ਗੱਲ ਕਰਦੇ ਹਾਂ। ਤੁਸੀਂ ਇਹਦੇ ਤੋਂ ਕੀ ਪੜ੍ਹਦੇ ਹੋ? ਦੇਖੋ ਇਦਾਂ ਹੈ ਆਰ ਵੀ ਓਵਰ ਜਿਹੜਾ ਰੀਡਿੰਗ, ਦੈਟ ਇਜ਼ ਵਾਟ ਆਈ ਐਮ ਆਸਕਿੰਗ। 1962 ਦੇ ਵਿੱਚ ਸੁਪਰੀਮ ਕੋਰਟ ਨੇ ਕੁਆਲੀਫਾਈ ਕੀਤਾ ਸੀਗਾ ਹਾਂ ਕਿ ਵੀ ਜਿਸ ਅਗਰ ਤੁਸੀਂ ਇਨਸਾਈਟਮੈਂਟ ਆਫ ਵਾਇਲੈਂਸ ਹੈ ਜਾਂ ਤੁਸੀਂ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਨੂੰ ਵਾਇਲੈਂਸ ਦੇ ਥਰੂ ਓਵਰਥਰੋ ਕਰਨਾ ਚਾਹੁੰਦੇ ਹੋ ਤਾਂ ਸਟੇਸ਼ਨ ਲੱਗੇਗਾ, ਕੁਆਲੀਫਾਈ ਕਰਤਾ ਸੀ ਜੀ। ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜਾ ਲਾਅ ਕਮਿਸ਼ਨ ਅਗਰ ਇਹ ਕਹਿੰਦਾ ਵੀ ਇਹਨੂੰ ਹੋਰ ਸਖਤ ਕਰੋ, ਇਹ ਤਾਂ ਅਗੇਂਸਟ ਉਸ ਜਜਮੈਂਟ ਦੇ ਅਗੇਂਸਟ। ਹਾਂ, ਇਹ ਮਾੜੀ ਜੀ ਆਪਾਂ ਗੱਲ ਦਰਸ਼ਕਾਂ ਨਾਲ ਕਰ ਲਈਏ ਕਿ ਕਾਨੂੰਨ ਦੇ ਉੱਤੇ ਬਾਰ-ਬਾਰ ਨਜ਼ਰਸਾਨੀ ਹੁੰਦੀ ਰਹੀ। ਨਜ਼ਰਸਾਨੀ ਇਨ ਦੈਟ ਸੈਂਸ ਕਿ ਜਿਸ ਵੇਲੇ ਕੋਈ ਕੇਸ ਆ ਜਾਂਦਾ ਸੀ ਤਾਂ ਅਦਾਲਤ ਉਹਦੇ ਤੇ ਵੱਖ-ਵੱਖ ਕਿਸਮ ਦੀਆਂ ਜਜਮੈਂਟਸ ਆਉਂਦੀਆਂ ਰਹਿੰਦੀਆਂ ਸੀ। ਕਿਧਰੇ ਇਹ ਕਾਨੂੰਨ ਦੀ ਬੜੀ ਇਹਦੀ ਰੀਡਿੰਗ ਡਾਊਨ ਵੀ ਹੋਈ ਹੈ। 1962 ਦਾ ਇੱਕ ਕੇਸ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ, ਜਿਹਨੂੰ ਕੇਦਾਰਨਾਥ ਸਿੰਘ ਵਰਸਸ ਸਟੇਟ ਆਫ ਬਿਹਾਰ। ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਫੈਸਲਾ ਇਸ ਕਿਸਮ ਦਾ ਕਰ ਦਿੱਤਾ ਸੀ ਜਿਹੜਾ ਹੁਣ ਤੱਕ ਦਾ ਅਸੀਂ ਇਹ ਸਮਝਦੇ ਹਾਂ ਕਿ ਇਹ ਸੈਂਟਰ ਦਾ ਵਿਊ ਉੱਥੇ ਖੜਾ ਹੈ ਕਿ ਭਾਈ ਉਹ ਕੇਦਾਰਨਾਥ ਸਿੰਘ ਵਰਸਸ ਜਿਹੜਾ ਸਟੇਟ ਆਫ ਬਿਹਾਰ ਵਾਲਾ 1962 ਵਾਲਾ ਫੈਸਲਾ ਹੈ, ਉਹ ਸੈਂਟਰ ਦਾ ਵਿਊ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਾਨੂੰਨ ਬਕਾਇਦਾ ਰੱਖਣਾ ਚਾਹੀਦਾ, ਕਾਨੂੰਨ ਦੀ ਜ਼ਰੂਰਤ ਹੈ, ਪਰ ਉਹਦੇ ਨਾਲ ਕੁਝ ਉਹਨਾਂ ਨੇ ਉਹਦੀਆਂ ਗਾਈਡਲਾਈਨ ਬਣਾ ਦਿੱਤੀਆਂ ਜਿਹਦੇ ਵਿੱਚ ਇਹ ਸੀ ਕਿ ਭਾਈ ਜੇ ਹਿੰਸਾ ਹੋਵੇ ਤਾਂ ਇਹ ਕਾਨੂੰਨ ਲੱਗੇਗਾ। ਲੱਗ ਇਹ ਰਿਹਾ ਸੀ ਕਿ ਇਸ ਤੋਂ ਨਰਮ ਜਾਵੇਗਾ, ਇਹ ਸਖਤ ਹੋ ਗਿਆ। ਮੈਂ ਦੱਸਦਾ ਕਿ ਇਹ ਕਾਨੂੰਨ ਜਦ ਬਣਿਆ ਔਰ ਜਿੰਨੇ ਵੀ ਤੁਸੀਂ ਪੁਰਾਣੇ ਯਾਨੀ ਪਾਰਟੀਸ਼ਨ ਤੋਂ ਪਹਿਲਾਂ ਦੇ ਜਿਹੜੇ ਤੁਸੀਂ ਦੇਖੋਗੇ ਨਾ ਕੇਸ, ਉਹ ਸੀਗਾ ਕਿ ਵਰਸਸ ਦਾ ਐਮਪਰਰ। ਹਾਂ, ਉਹ ਤਾਂ ਬਾਦਸ਼ਾਹ ਦੇ ਖਿਲਾਫ ਸੀ, ਬਾਦਸ਼ਾਹ ਦੇ ਖਿਲਾਫ ਹੁੰਦਾ ਸੀ। ਉਹ ਬਾਦਸ਼ਾਹ ਖਤਮ ਹੋ ਗਿਆ, ਕਾਨੂੰਨ ਰਹਿ ਗਿਆ ਨਾ। ਬਾਦਸ਼ਾਹ ਤੇ ਸੁਣਿਆ ਆਇਆ ਦੁਬਾਰਾ ਤੇ ਐਮਪਰਰ ਦਾ ਵਰਡ ਸੀਗਾ ਕਈ ਜਗ੍ਹਾ ਤੇ। ਲੇਕਿਨ ਮੈਂ ਇਸ ਵਿੱਚ ਇਹ ਗੱਲ ਕਹਾਂਗਾ ਕਿ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਹੀ ਇਸ਼ਾਰਾ ਹੋਵੇ ਕਮਿਸ਼ਨ ਨੂੰ ਕਿ ਭਾਈ ਤੁਸੀਂ ਇਦਾਂ ਕਰਿਓ, ਅਸੀਂ ਆਪਣੇ ਆਪ ਨੂੰ ਡਿਫੈਂਡ ਉੱਥੇ ਕਰ ਲਾਂਗੇ। ਦੇਖੋ ਜੀ, ਲਾ ਕਮਿਸ਼ਨ ਤਾਂ ਇਹ ਕਹਿ ਰਿਹਾ ਸੁਪਰੀਮ ਕੋਰਟ ਦੇ ਵਿੱਚ, ਇਹਦੀ ਕੋਈ ਪੋਸੀਬਲ ਮਤਲਬ ਇਹਨੂੰ ਤੁਸੀਂ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਇਸ਼ਾਰਾ ਕਰਤਾ ਹੋਵੇ ਵੀ ਇਸ ਤਾਂ ਇਹਨੂੰ ਰੱਖਣਾ, ਇਸ ਕਰਕੇ ਤੁਸੀਂ ਇਸ ਤਰ੍ਹਾਂ ਦਾ ਉਹ ਦੇ ਦਿਓ। ਔਰ ਪਲਾਏਬਲ ਹੁੰਦੇ ਆ ਕਿਉਂਕਿ ਜਿਹੜੇ ਕਮਿਸ਼ਨ ਹੁੰਦੇ ਆ ਅਪੁਆਇੰਟਡ ਤਾਂ ਸਰਕਾਰ ਦੇ ਹੁੰਦੇ ਆ, ਸਰਕਾਰ ਦੀ ਮਨਸ਼ਾ ਨੂੰ ਦੇਖਦੇ ਆ ਸਰਕਾਰ ਕੀ ਕਹਿੰਦੀ ਹੈ। ਲੇਕਿਨ ਮੈਂ ਇਹਦੇ ਵਿੱਚ ਇੱਕ ਗੱਲ ਕਹਾਂਗਾ ਕਿ ਕਿਆ ਇਹਦੇ ਨਾਲ ਜਿਹੜੀ ਵੈਪਨਾਈਜੇਸ਼ਨ ਹੈ ਆਰਟੀਕਲ 124 ਦੀ ਜਿਹੜਾ ਹਥਿਆਰ ਬਣਾਇਆ ਹੋਇਆ ਜਿਹੜਾ ਤੁਹਾਨੂੰ ਮੈਂ ਹਥਿਆਰ ਬਣਾ ਕੇ ਤੁਸੀਂ ਜਿਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹੋ ਜਿੱਥੇ ਤੁਸੀਂ ਚਾਹੁੰਦੇ ਹੋ, ਇਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਨਵਿਕਸ਼ਨ ਰੇਟ ਕਿੰਨਾ ਹੈ। ਫॉर ਐਗਜ਼ਾਮਪਲ 548 ਕੇਸ 2015 ਤੋਂ 20 ਤੱਕ ਹੋਏ, ਜਿਹਦੇ ਵਿੱਚੋਂ ਸਿਰਫ 12 ਕਨਵਿਕਸ਼ਨਸ ਹੋਈਆਂ, ਵਿਚ ਮੀਨਸ ਕਿ ਕਨਵਿਕਸ਼ਨ ਰੇਟ ਕਿੰਨਾ ਰਹਿ ਗਿਆ। ਇਹਦਾ ਮਤਲਬ ਹੈ ਔਰ ਫਿਰ ਜਿਹੜੇ ਬੰਦੇ ਅਰੈਸਟ ਹੋਏ, ਇਹ ਬੜੀ ਇੰਟਰਸਟਿੰਗ ਗੱਲ ਹੈ, ਜਿਹੜੇ ਬੰਦੇ ਅਰੈਸਟ ਹੋਏ ਮੈਕਸਿਮਮ ਉਹ ਬੰਦੇ ਜਿਹੜੇ ਸੀਗੇ ਉਹ 18 ਤੋਂ ਜਾਂ 14 ਤੋਂ 30 ਸਾਲ ਦੇ ਸੀਗੇ ਮੈਕਸਿਮਮ। ਤਾਂ ਉਹ ਅਗਰ 5 ਸਾਲ 6 ਸਾਲ 10 ਸਾਲ ਇਸ ਦੇ ਵਿੱਚ ਜ਼ਿੰਦਗੀ ਬਰਬਾਦ ਕਰ ਦਿੱਤੀ ਉਹਨਾਂ ਦੀ, ਉਸ ਤੋਂ ਬਾਅਦ ਤੁਸੀਂ ਐਕੁਇਟ ਕਰਤਾ, ਤਾਂ ਤੁਸੀਂ ਆਪਣੇ ਸਿਟੀਜ਼ਨਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਤੁਸੀਂ ਫੜ ਕੇ ਕਦ ਮਰਜ਼ੀ ਕਿਸੇ ਨੂੰ ਮਰਜ਼ੀ ਅੰਦਰ ਕਰ ਦਿਓ, ਉਹਦੀ ਸਾਰੀ ਜ਼ਿੰਦਗੀ ਤਬਾਹ ਕਰ ਦਿਓ, ਉਸ ਤੋਂ ਬਾਅਦ ਕੋਰਟ ਕਹਿੰਦੇ ਨਹੀਂ ਕੁਝ ਨਹੀਂ ਤੇਰੇ ਅੱਗੇ। ਵਿਜੇ ਜੀ ਕੁਇਕਲੀ ਮੈਂ ਇੰਨਾ ਕਹਿਣਾ ਚਾਹ ਰਿਹਾ ਕਿ ਇਸ ਤੋਂ ਪਹਿਲਾਂ ਜਿਹੜਾ ਲਾ ਕਮਿਸ਼ਨ ਸੀ ਉਹਨਾਂ ਕੋਲ ਵੀ ਰੈਫਰੈਂਸ ਆਇਆ ਸੀ, ਉਹਨਾਂ ਨੇ ਕੁਝ ਵਾਈਡਰ ਕੰਸਲਟੇਸ਼ਨਸ ਕੀਤੀਆਂ ਸੀ ਇਹਦੇ ਬਾਰੇ। ਇਸ ਕਮਿਸ਼ਨ ਨੇ ਉਹਨਾਂ ਕੰਸਲਟੇਸ਼ਨਸ ਦਾ ਵੀ ਜ਼ਿਕਰ ਕੀਤਾ। ਇੱਕ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਆਪਣਾ ਕੋਈ ਵਿਊ ਇਹਨਾਂ ਨੂੰ ਨਹੀਂ ਭੇਜਿਆ। ਜੇ ਉਹ ਭੇਜਿਆ ਹੁੰਦਾ ਸ਼ਾਇਦ ਸਰਕਾਰ ਦੀ ਮਨਸ਼ਾ ਸਾਨੂੰ ਸਿੱਧੇ ਪਤਾ ਲੱਗ ਜਾਂਦੀ। ਸੋ ਕੀ ਅਸੀਂ ਜਸਟੀਫਾਈਡ ਹਾਂ ਕਿ ਹੁਣ ਸਰਕਾਰ ਦੀ ਮਨਸ਼ਾ ਸੀ ਇਸੇ ਰਿਪੋਰਟ ਤੋਂ ਹੀ ਪੜ੍ਹੀਏ? ਪਰ ਸਰਕਾਰ ਦੇ ਜਿਵੇਂ ਮੈਂਬਰ ਸੈਕਟਰੀ ਵਗੈਰਾ ਜਿਹੜੇ ਹੈਗੇ ਉਹ ਇਹਦੇ ਵਿੱਚ ਹੁੰਦੇ ਹੀ ਨੇ, ਤੇ ਅਲਟੀਮੇਟਲੀ ਸਰਕਾਰ ਦਾ ਓਪੀਨੀਅਨ ਉਹਦੇ ਚ ਆਈ ਜਾਂਦਾ। ਜਿਹੜੇ ਮੈਂਬਰ ਸੈਕਟਰੀ ਔਰ ਡਿਪਾਰਟਮੈਂਟ ਜਿਹੜਾ ਸਰਕਾਰ ਦਾ ਸੈਕਟਰੀ ਡਿਪਾਰਟਮੈਂਟ ਉਹੀ ਹੈ, ਸਰਕਾਰ ਦਾ ਓਪੀਨੀਅਨ ਹੈ। ਦੂਜਾ ਜੋ ਟੈਂਡੈਂਸੀ ਦੀ ਆਪਾਂ ਜਦੋਂ ਗੱਲ ਚੱਲ ਹੀ ਪਈ ਹੈ ਤੇ ਕਮਿਸ਼ਨ ਸਾਹਿਬ ਨੇ ਕਹਿ ਹੀ ਦਿੱਤਾ ਹੈ ਕਿ ਟੈਂਡੈਂਸੀ ਵੇਖਣੀ ਹੈ, ਫਿਰ ਆਪਾਂ ਜਿਹੜੇ ਇਸ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੀ ਟੈਂਡੈਂਸੀ, ਉਹਨਾਂ ਦੇ ਜਿਹੜਾ ਪਹਿਲਾਂ ਦੇ ਫੈਸਲਿਆਂ ਦੇ ਜ਼ਿਕਰ ਵੀ ਕਰ ਲੈਣਾ ਚਾਹੀਦਾ, ਕਿਉਂਕਿ ਲਾ ਕਮਿਸ਼ਨ ਦੇ ਚੇਅਰਮੈਨ ਜਿਹੜੇ ਰਿਤੂ ਰਾਜ ਅਵਸਥੀ ਜੀ ਨੇ, ਜਸਟਿਸ ਰਿਟਾਇਰਡ ਰਿਤੂ ਰਾਜ ਅਵਸਥੀ ਜੀ, ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਰਹੇ ਨੇ। ਤੇ ਆਪਾਂ ਸਾਰਿਆਂ ਨੂੰ ਯਾਦ ਹੈ ਕਿ ਪਿਛਲੇ ਮਾਰਚ 2022 ਦੇ ਵਿੱਚ ਜਿਹੜਾ ਹਿਜਾਬ ਵਾਲੇ ਕੇਸ ਨੂੰ ਲੈ ਕੇ ਇਹਨਾਂ ਦਾ ਫੈਸਲਾ ਆਇਆ ਸੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਹਿਜਾਬ ਜਿਹੜਾ ਹੈ ਇਹਦੇ ਰੋਕ ਲਾਣਾ ਕੋਈ ਗਲਤ ਨਹੀਂਗਾ, ਕਿਉਂਕਿ ਇਹ ਇਸਲਾਮ ਦਾ ਕੋਈ ਜ਼ਰੂਰੀ ਹਿੱਸਾ ਨਹੀਂ ਹੈ, ਇਸਲਾਮ ਧਰਮ ਦੀ ਕੋਈ ਜ਼ਰੂਰੀ ਹਿੱਸਾ ਨਹੀਂ ਹੈ, ਐਸੈਂਸ਼ੀਅਲ ਪਾਰਟ ਨਹੀਂਗਾ। ਇਸ ਕਰਕੇ ਕੋਈ ਵਾਇਓਲੇਸ਼ਨ ਦੀ ਨਹੀਂ ਹੈਗੀ ਕਿਸੇ ਦੇ ਰਾਈਟ ਦੀ, ਨਾ ਹੀ ਇਸ ਕਰਕੇ ਯੂਨੀਫਾਰਮ ਦੇ ਵਿੱਚ ਜਿਹੜੀ ਹੈਗੀ ਉਹ ਲਾਗੂ ਕੀਤੀ ਜਾ ਸਕਦੀ ਹੈ। ਇਸ ਲਾ ਕਮਿਸ਼ਨ ਦੀ ਰਿਪੋਰਟ ਨਾਲ ਕੋਈ ਸੰਬੰਧ ਨਹੀਂ ਹੈਗਾ, ਪਰ ਜੱਜ ਸਾਹਿਬ ਉਹ ਵਾਲੇ ਹੈਗੇ ਨੇ
ਸੋ ਜੇ ਕੋਈ ਤੰਦ ਸਮਝ ਨਹੀਂ ਹੈ ਤਾਂ ਸ਼ਾਇਦ ਉਹਦੇ ਤੋਂ ਕੁਝ ਪਾਠਕ ਦਰਸ਼ਕ ਸਮਝਣਾ ਚਾਹੁੰਦੇ ਨਹੀਂ, ਇਸ ਕਰਕੇ ਮਤਲਬ ਹੈ ਕਿ ਜਿਹੜੀ ਇਹਨਾਂ ਨੇ ਕਮਿਸ਼ਨ ਨੇ ਜਿਹੜੀ ਹੁਣ ਰਿਪੋਰਟ ਦਿੱਤੀ ਹੈ, ਜਿਹਦੇ ਵਿੱਚ ਇਹਨਾਂ ਨੇ 124A ਦੇ ਵਿੱਚ ਅਮੈਂਡਮੈਂਟ ਸੁਜੈਸਟ ਕੀਤੀ ਹੈ, ਸਪੈਸੀਫਿਕ ਅਮੈਂਡਮੈਂਟ ਕੀਤੀ ਹੈ। ਪਹਿਲਾਂ ਇਹ ਸੀਗਾ ਕੋਈ ਬੰਦਾ ਬੋਲਦਾ ਹੈ, ਲਿਖਦਾ ਹੈ, ਕਿਸੇ ਤਰ੍ਹਾਂ ਨਾਲ ਕੁਝ ਇਹ ਜਿਹਾ ਕਰਦਾ ਹੈ। ਮੈਨੂੰ ਡਿਟੇਲ ਚ ਸਮਝਾਈ ਦਿਓ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਇਹ ਜਿਹੜੀ ਉਹਨਾਂ ਨੇ ਨਵੀਂ ਇਬਾਰਤ ਦਰਅਸਲ ਸ਼ਾਇਆ ਕੀਤੀ ਉਹ ਇੰਪੋਰਟੈਂਟ ਹੈ, ਕਿਉਂਕਿ ਕਾਨੂੰਨ ਦੀ ਇੱਕ ਪਰਿਭਾਸ਼ਾ ਲਗਾਤਾਰ ਚੱਲਦੀ ਆ ਰਹੀ ਸੀ। 1962 ਦੇ ਕੇਦਾਰਨਾਥ ਸਿੰਘ ਵਾਲੇ ਫੈਸਲੇ 'ਚ ਉਹ ਪਰਿਭਾਸ਼ਾ ਸਾਨੂੰ ਫਰੋਜ਼ਨ ਲੱਗੀ ਸੀ, ਉਸੇ ਨੂੰ ਲੈ ਕੇ ਪ੍ਰੋਬਲਮ ਹੈ। ਤੇ ਹੁਣ ਇੱਕ ਨਵੀਂ ਪਰਿਭਾਸ਼ਾ, ਨਵੀਂ ਇਬਾਰਤ ਕਾਨੂੰਨ ਦੀ ਲਾ ਕਮਿਸ਼ਨ ਨੇ ਦਿੱਤੀ ਹੈ। ਇਸ ਇਬਾਰਤ ਦਾ ਕੀ ਮਤਲਬ ਕੱਢਿਆ ਜਾਵੇ, ਇਸ ਨੂੰ ਧਿਆਨ ਨਾਲ ਕਾਨੂੰਨਦਾਨ ਕਿਉਂਕਿ ਸਾਡੇ ਕੋਲ ਬੈਠੇ ਨੇ, ਇਸ ਨੂੰ ਪੜ੍ਹ ਲੈਂਦੇ ਆ ਤੇ ਫਿਰ ਲਾ ਕਮਿਸ਼ਨ ਕੰਬਖਤ ਕਿਹੋ ਜੀ ਬਲਾ ਹੈ ਇਹਨੂੰ ਵੀ ਦੇਖ ਲੈਂਦੇ ਆ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਸੈਡੀਸ਼ਨ ਦੇ ਲਾਅ ਬਾਰੇ, ਦੇਸ਼ ਧਰੋਹ ਦੇ ਕਾਨੂੰਨ ਬਾਰੇ, ਇੰਡੀਅਨ ਪੀਨਲ ਕੋਡ ਦੀ ਧਾਰਾ 124A ਦੇ ਬਾਰੇ, ਜਿਸ ਦੇ ਥੱਲੇ ਬਹੁਤ ਸਾਰੇ ਕਾਰਕੁਨ ਪੰਜਾਬ ਦੀ ਇਸ ਸਰਜ਼ਮੀਨ ਤੋਂ ਜੇਲ੍ਹਾਂ ਵਿੱਚ ਧੱਕੇ ਗਏ ਨੇ। ਇੱਥੇ ਤਾਂ ਬੋਲੋ ਸਰਕਾਰ ਦੇ ਖਿਲਾਫ ਤੇ 124A ਦਾ ਠੱਪਾ ਝੱਟ ਤੁਹਾਡੇ ਲੱਗਦਾ ਹੈ। ਸਾਡੇ ਬਹੁਤ ਵੱਡੇ ਵੱਡੇ ਬੁੱਧੀਜੀਵੀ, ਇਸ ਦੇਸ਼ ਦੇ ਕਵੀ, ਵਕੀਲ, ਨਾਗਰਿਕ ਆਜ਼ਾਦੀਆਂ ਦੇ ਘੁਲਾਟੀਏ ਜੇਲ੍ਹਾਂ ਵਿੱਚ ਇਸ ਕਰਕੇ ਡੱਕੇ ਹੋਏ ਨੇ ਕਿਉਂਕਿ ਜਦੋਂ ਸਰਕਾਰ ਦੇ ਖਿਲਾਫ ਗੱਲ ਕਰਦੇ ਨੇ, ਸਰਕਾਰ ਕਹਿੰਦੇ ਨੇ ਤਾਂ ਤੁਸੀਂ ਸਰਕਾਰ ਖਿਲਾਫ ਬਗਾਵਤ ਫੈਲਾ ਰਹੇ ਹੋ। 124A ਦਾ ਠੱਪਾ ਲਾ ਕੇ ਜੇਲ੍ਹਾਂ ਵਿੱਚੋਂ ਧੱਕ ਦਿੱਤੇ ਜਾਂਦੇ ਨੇ, ਜਿਹਦੇ 'ਚ ਸੁਧਾ ਭਾਰਦਵਾਜ, ਸਾਡੇ ਕਵੀ ਵਰਵਰਾ ਰਾਓ, ਗੋਨਸਾਲਵਿਸ ਜੀ ਤੇ ਰੋਨਾ ਵਿਲਸਨ, ਬਹੁਤ ਸਾਰੇ ਇਹ ਸਾਡੇ ਕਾਰਕੁਨ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਨੇ। ਹੁਣ ਜਦੋਂ ਇਸ ਕਾਨੂੰਨ ਬਾਰੇ ਦੁਬਾਰਾ ਇੱਕ ਬਹਿਸ ਛਿੜੀ ਹੈ, ਲਾ ਕਮਿਸ਼ਨ ਆਫ ਇੰਡੀਆ ਨੇ ਰਿਪੋਰਟ ਦਿੱਤੀ ਹੈ ਤੇ ਅਗਸਤ ਦੇ ਮਹੀਨੇ ਸੁਪਰੀਮ ਕੋਰਟ ਨੇ ਦੁਬਾਰਾ ਮਾਮਲੇ ਨੂੰ ਸੁਣਨਾ ਹੈ। ਕਾਨੂੰਨ ਇਉਂ ਹੀ ਰਹੇਗਾ, ਡਿਲੀਟ ਕੀਤਾ ਜਾਵੇਗਾ ਕਿ ਚੁੱਕ ਕੇ ਬਾਹਰ ਸੁੱਟਿਆ ਜਾਵੇਗਾ? ਤਾਂ ਅਸੀਂ ਇਸ ਬਹਿਸ ਦੇ ਵਿੱਚ ਪ੍ਰੋਫੈਸਰ ਮੁਹੰਮਦ ਖਾਲਿਦ ਅਤੇ ਰਜੀਵ ਗੁਦਾਰਾ ਜੀ ਦੇ ਨਾਲ ਹਾਂ। ਰਜੀਵ ਗੁਦਾਰਾ ਜੀ, ਇੱਕ ਜਿਹੜੀ ਪਹਿਲਾਂ ਤੋਂ ਕਾਨੂੰਨ ਦੀ ਇਬਾਰਤ ਹੈ ਤੇ ਬੜੀ ਸਪਸ਼ਟ ਹੈ, whoever by words, ਮੈਂ ਇਹਨੂੰ ਜੇ ਕੁਇਕਲੀ ਪੰਜਾਬੀ ਵਿੱਚ ਪੜ੍ਹਾਂ ਤੇ ਦੇਸ਼ ਧਰੋਹ ਉਹਨਾਂ ਨੇ ਇਹਦਾ ਕਾਨੂੰਨ ਹੈ, ਜੇ ਕੋਈ ਵੀ ਸ਼ਬਦਾਂ ਦੁਆਰਾ, ਚਾਹੇ ਉਹ ਬੋਲੇ ਹੋਣ ਜਾਂ ਲਿਖੇ ਗਏ ਹੋਣ ਜਾਂ ਸੰਕੇਤਾਂ ਦੁਆਰਾ ਜਾਂ ਪ੍ਰਤੱਖ ਪ੍ਰਤੀਨਿਧਤਾ ਦੁਆਰਾ ਜਾਂ ਕਿਸੇ ਹੋਰ ਤਰੀਕੇ ਨਾਲ brings into hatred or contempt or excites or attempts to excite disaffection towards the government established by law, ਨਫ਼ਰਤ ਜਾਂ ਨਫ਼ਰਤ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਚੁਣੀ ਹੋਈ ਸਰਕਾਰ ਦੇ ਵਿਰੁੱਧ ਜਾਂ ਕਾਨੂੰਨ ਦੁਆਰਾ ਸਥਾਪਿਤ ਸਰਕਾਰ ਦੇ ਪ੍ਰਤੀ ਕੀ ਉਹਨੂੰ ਆਪਾਂ ਕਹਾਂਗੇ ਡਿਸਅਫੈਕਸ਼ਨ, ਉਪਰਾਮਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਉਮਰ ਕੈਦ ਜਿਸ ਵਿੱਚ ਜੁਰਮਾਨਾ ਜੋੜਿਆ ਜਾ ਸਕਦਾ ਹੈ ਦੀ ਸਜ਼ਾ ਦਿੱਤੀ ਜਾਵੇਗੀ, ਜਿਹੜੀ ਜਾਂ ਫਿਰ 3 ਸਾਲ ਜਾਂ ਤੋਂ ਘੱਟ, ਜਾਂ 3 ਸਾਲ ਜਾਂ ਉਸ ਤੋਂ ਘੱਟ ਸਜ਼ਾ ਦਿੱਤੀ ਜਾਵੇਗੀ। ਜਿਹੜੀ ਇਹ ਨਵੀਂ ਪਰਿਭਾਸ਼ਾ ਲਾ ਕਮਿਸ਼ਨ ਆਫ ਇੰਡੀਆ ਨੇ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਉਸ ਨੂੰ ਇੱਕ ਤਾਂ ਸਜ਼ਾ ਜਿਹੜੀ ਹੈ ਉਹ ਉਮਰ ਕੈਦ ਦੀ ਦਿੱਤੀ ਜਾ ਸਕਦੀ ਹੈ, ਉਹ ਜਿਵੇਂ ਪਹਿਲਾਂ ਵੀ ਸੀ, ਹਾਂ ਜਿਵੇਂ ਪਹਿਲਾਂ ਸੀ, 3 ਨੂੰ 7 ਕਰਤਾ ਉਹਨਾਂ ਨੇ, 3 ਨੂੰ ਉਹਨਾਂ ਨੇ 7 ਕਰ ਦਿੱਤਾ, ਹੁਣ 7 ਸਾਲ ਤੱਕ ਦੀ ਦਿੱਤੀ ਜਾ ਸਕਦੀ ਹੈ। 3 ਠੀਕ ਨਹੀਂ, 7 ਤੱਕ ਕਰਨੀ ਚਾਹੀਦੀ ਹੈ ਕਿਹਾ ਉਹਨਾਂ। ਹਾਂ 7 ਸਾਲਾਂ 'ਚ ਦੇਸ਼ ਧਰੋਹ ਦਾ ਸ਼ਾਇਦ ਉਹ ਜਰਾਸੀਮ ਜਿਹੜੇ ਨੇ ਉਹ ਮਰ ਜਾਂਦੇ ਹੋਣਗੇ, ਪਹਿਲਾਂ 3 ਸਾਲ 'ਚ ਮਰ ਜਾਂਦੇ ਸੀ, ਥੋੜੇ ਸਟਰੋਂਗ ਜਰਾਸੀਮ ਆ ਗਏ ਨੇ। ਇੱਕ ਜਿਹੜਾ ਉਹਨਾਂ ਨੇ ਕਿਹਾ ਕਿ ਜੇ ਉਹਦੇ ਵਿੱਚ ਟੈਂਡੈਂਸੀ ਟੂ ਇਨਸਾਈਟ ਵਾਇਲੈਂਸ ਵੀ ਹੋਵੇ, ਇਸ ਕਿਸਮ ਦਾ ਰੁਝਾਨ ਵੀ ਹੋਵੇ ਕਿ ਹਿੰਸਾ ਭੜਕਾ ਸਕਦੇ ਨੇ ਜਾਂ ਪਬਲਿਕ ਡਿਸਆਰਡਰ ਕ੍ਰੀਏਟ ਕਰ ਸਕਦੇ ਨੇ, ਅਫਰਾ ਤਫਰੀ ਪੈਦਾ ਕਰ ਸਕਦੇ ਨੇ, ਤਾਂ ਵੀ ਉਹਨਾਂ ਨੂੰ ਇਸ ਕਾਨੂੰਨ ਥੱਲੇ ਧਰਿਆ ਜਾ ਸਕਦਾ। ਹੁਣ ਲਾ ਕਮਿਸ਼ਨ ਦਾ ਕਹਿਣਾ ਹੈ ਕਿ ਭਾਈ ਕੇਦਾਰਨਾਥ ਸਿੰਘ ਵਾਲੇ ਕੇਸ ਦੇ ਵਿੱਚ ਵੀ ਕੋਰਟ ਨੇ ਜਿਹੜੀਆਂ ਗੱਲਾਂ ਕਹੀਆਂ ਸੀ, ਅਸੀਂ ਤਾਂ ਉਹਨਾਂ ਨੂੰ ਇਨਕੋਰਪੋਰੇਟ ਕੀਤਾ ਹੈ, ਇਹਦੇ ਵਿੱਚ ਪਾਇਆ, ਇਸ ਤਰੀਕੇ ਨਾਲ ਨਵੀਂ ਪਰਿਭਾਸ਼ਾ ਬਣਾਈ ਹੈ। ਸੋ ਇਹ ਉਹਨਾਂ ਦਾ ਡਿਫੈਂਸ ਹੈ ਉਹਨਾਂ ਦੀ। ਕੇਦਾਰਨਾਥ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਸੀ, ਜਿਹੜਾ ਕਮਿਸ਼ਨ ਨੇ ਲਿਖਿਆ, unless the words used to the actions or the actions in question do not tend to incite violence, unless ਇਹੋ ਜਿਹੇ ਸ਼ਬਦ ਬੋਲੇ ਹੋਣ ਜਿਹਦੇ ਨਾਲ ਹਿੰਸਾ ਭੜਕ ਸਕਦੀ ਹੋਵੇ, ਉਹਦਾ ਇਰਾਦਾ ਹੋਵੇ ਹਿੰਸਾ ਭੜਕਾਣਾ, tend to incite, ਹਾਂ violence or cause public disorder, ਟੈਂਡੈਂਸੀ ਨੂੰ ਉਹਨਾਂ ਨੇ ਦੇ ਵਿੱਚ ਪਾ ਦਿੱਤਾ। ਹੁਣ ਉਹਨਾਂ ਨੇ ਕਿ ਮੇਨ ਕਾਨੂੰਨ that's the whole point, tend ਤੇ tendency ਦੇ ਵਿੱਚ ਫਰਕ ਹੈ ਨਾ। ਨਹੀਂ, ਇਹ ਸਿਮੋਟਿਵ ਕੁਝ ਤਾਂ ਅਦਾਲਤ ਵਿੱਚ ਤੈਅ ਹੋਣਗੇ। ਪਹਿਲਾਂ ਵੀ ਸ਼ਬਦ ਜਿਹੜਾ ਸੀਗਾ ਇੱਕ, ਜਿਹਨੂੰ ਕਿ ਤੁਸੀਂ ਕਿਵੇਂ ਵੀ ਇੰਟਰਪ੍ਰੀਟ ਕਰ ਸਕਦੇ ਹੋ, ਡਿਸਅਫੈਕਸ਼ਨ ਟੁਵਰਡਸ ਗਵਰਨਮੈਂਟ। ਲੇਕਿਨ ਸਵਾਲ ਮੈਂ ਇੱਥੇ ਇਹ ਕਹਿਣਾ ਕਿ ਤੁਸੀਂ ਕਹਿੰਦੇ ਹੋ ਦੇਸ਼ ਧਰੋਹ, ਦੇਸ਼ ਧਰੋਹ ਤੇ ਸਰਕਾਰ ਧਰੋਹ ਜਾਂ ਸਰਕਾਰ ਦੀ ਵਿਰੋਧਤਾ ਦੇ ਵਿੱਚ ਤਾਂ ਬਹੁਤ ਵੱਡਾ ਫਰਕ ਹੈ। ਸੈਡੀਸ਼ਨ ਟੁਵਰਡਸ ਦਾ ਸਟੇਟ ਹੈ, ਸੈਡੀਸ਼ਨ ਟੁਵਰਡਸ ਗਵਰਨਮੈਂਟ ਨਹੀਂ ਹੁੰਦਾ। ਇਹ ਗੱਲ ਕੇਦਾਰਨਾਥ ਦੇ ਵਿੱਚ ਬਕਾਇਦਾ ਕਹੀ ਗਈ ਸੀ। ਹਾਂ, ਸੈਡੀਸ਼ਨ ਟੁਵਰਡਸ ਦਾ ਸਟੇਟ ਮਤਲਬ ਹੈ ਸਟੇਟ ਦੇ, ਤੁਸੀਂ ਸਟੇਟ ਦੀ ਐਗਜ਼ਿਸਟੈਂਸ ਨੂੰ ਚੈਲੰਜ ਕਰ ਰਹੇ ਹੋ ਜੀ, ਤੁਸੀਂ ਸਟੇਟ ਦੇ ਅਗੇਂਸਟ ਧਰੋਹ ਕਰ ਰਹੇ ਹੋ, ਉਹ ਇੱਕ ਅਲੱਗ ਇਸ਼ੂ ਹੈ ਜੀ। ਅਗਰ ਤੁਸੀਂ ਸਰਕਾਰ ਦੀ ਵਿਰੋਧਤਾ ਕਰ ਰਹੇ ਹੋ, ਸਰਕਾਰ ਦੀਆਂ ਪਾਲਿਸੀਜ਼ ਦੀ ਵਿਰੋਧਤਾ ਕਰ ਰਹੇ ਹੋ, ਤਾਂ ਉਹ ਧਰੋਹ ਨਹੀਂ ਹੋ ਸਕਦਾ। ਇਹ ਚੀਜ਼ ਜਿਹੜੀ ਹੈਗੀ ਬਿਲਕੁਲ ਕਲੀਅਰ ਹੈ, ਔਰ ਕਈ ਵਾਰ ਕੋਰਟਾਂ ਦੇ ਵਿੱਚ ਇਹ ਚੀਜ਼ ਆਈ ਹੈ, ਔਰ ਇਸ ਚੀਜ਼ ਨੂੰ
ਕੋਰਟਾਂ ਨੇ ਆਪਣੇ ਲੈਵਲ ਤੇ ਡਿਫੈਂਡ ਮੈਂ ਕੀਤਾ ਕਿ ਹਾਂ ਬਿਲਕੁਲ ਸਹੀ ਹੈ। ਆਫਟਰ ਕੇਦਾਰਨਾਥ ਕੋਰਟਸ ਡੈਦਰ ਲਿਬਰਲਿਜ਼ਮ ਵਾਲੇ ਪਾਸੇ ਬਾਰ-ਬਾਰ ਜਾਂਦੀਆਂ ਦਿਖਾਈ ਦਿੱਤੀਆਂ ਨੇ। ਜਿਹੜਾ ਬਲਵੰਤ ਸਿੰਘ ਵਾਲਾ ਕੇਸ ਹੈ, ਬਲਵੰਤ ਸਿੰਘ ਵਰਸਸ ਸਟੇਟ ਆਫ ਪੰਜਾਬ 1995 ਵਾਲਾ, ਮੈਂ ਇੱਕ ਤੁਹਾਡੀ ਗੱਲ ਇੱਕ ਐਡ ਕਰਾਂ। ਦੇਖੋ ਇਹਦੇ ਉੱਪਰ ਐਪਲੀਕੇਸ਼ਨ ਆਫ ਮਾਈਂਡ ਪਹਿਲਾਂ ਵੀ ਕੋਰਟਾਂ ਦਾ ਹੋਇਆ ਹੋਇਆ। ਤੁਹਾਨੂੰ ਯਾਦ ਹੋਊਗਾ ਕਿ 1951 ਦੇ ਵਿੱਚ ਪੰਜਾਬ ਹਾਈ ਕੋਰਟ, ਜਦ ਕਿ ਪੰਜਾਬ ਹਾਈ ਕੋਰਟ ਹੋਇਆ ਕਰਦੇ ਸੀ, ਇਸੇ ਤਰੀਕੇ ਦੇ ਨਾਲ ਜਿਹੜੀ ਹੈਗੀ 1958 ਦੇ ਵਿੱਚ ਇਲਾਹਾਬਾਦ ਹਾਈ ਕੋਰਟ, ਉਹਨਾਂ ਨੇ ਇਸ ਨੂੰ ਵੋਇਡ ਡਿਕਲੇਅਰ ਕਰਤਾ ਸੀਗਾ, ਰੀਡ ਡਾਊਨ ਕਰ ਦਿੱਤਾ ਕਰਤਾ ਸੀਗਾ। ਉਹ ਕਹਿੰਦੇ ਅਨਕਨਸਟੀਟਿਊਸ਼ਨਲ ਹੈ ਇੱਥੇ ਤੱਕ। ਬਟ ਇਵੈਂਚੁਅਲੀ ਹੁਣ ਲੇਕਿਨ ਉਹ ਬਾਅਦ ਦੇ ਵਿੱਚ ਸੁਪਰੀਮ ਕੋਰਟ ਗਿਆ, ਖੜਾ ਹੈ ਤਾਂ ਫਿਰ ਤੁਸੀਂ ਕੁਝ ਕਰ ਨਹੀਂ ਸਕਦੇ ਉਹਦੇ ਬਾਰੇ। ਲੇਕਿਨ ਇਸ ਇਸ਼ੂ ਦੇ ਉੱਪਰ ਡੈਫੀਨਿਟਲੀ ਐਪਲੀਕੇਸ਼ਨ ਆਫ ਮਾਈਂਡ ਹੁੰਦਾ ਰਿਹਾ ਬਾਰ-ਬਾਰ ਕੋਰਟਾਂ ਦਾ। ਮੈਂ ਇੱਥੋਂ ਤੱਕ ਜਾ ਰਿਹਾ ਸਰ, ਮੈਂ ਸੁਪਰੀਮ ਕੋਰਟ ਦੀ ਇਹ ਜਜਮੈਂਟ ਕੋਟ ਕਰ ਰਿਹਾ ਸੀ 1995 ਦੀ, ਕਿਉਂਕਿ ਇਹਦਾ ਪੰਜਾਬ ਨਾਲ ਵੀ ਸੰਬੰਧ ਹੈ ਤੇ ਆਪਾਂ ਚੰਡੀਗੜ੍ਹ ਦੇ ਵਿੱਚ ਬੈਠੇ ਹਾਂ, ਆਹੀ ਨੀਲਮ ਸਿਨੇਮਾ 17 ਸੈਕਟਰ ਦਾ, ਤੇ ਇਹਦੇ ਸਾਹਮਣੇ ਖੜ ਕੇ ਬੰਦੇ ਨੇ ਨਾਅਰੇ ਲਾਏ, ਖਾਲਿਸਤਾਨ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ, ਹਿੰਦੂਆਂ ਨੂੰ ਪੰਜਾਬ ਚੋਂ ਕੱਢ ਕੇ ਛੱਡਾਂਗੇ। ਵਾਟ ਮੈਡਨੈਸ। ਤੇ ਹੁਣ ਮੌਕਾ ਆਇਆ ਹੈ ਰਾਜ ਕਾਇਮ ਕਰ, ਇਹ ਪਬਲਿਕ ਸਪੇਸ ਦੇ ਵਿੱਚ। ਓਬਵੀਅਸਲੀ ਕੇਸ ਸੀਗਾ ਕਿ ਸੈਡੀਸ਼ਨ ਦਾ ਪਿਓਰ ਕੇਸ ਬਣਦਾ, ਉਹਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾ ਉਹਦੀ ਕੈਪੈਸਿਟੀ ਸੀ ਪਬਲਿਕ ਡਿਸਆਰਡਰ ਫੈਲਾਉਣ ਦੀ ਜਾਂ ਹਿੰਸਾ ਫੈਲਾਉਣ ਦੀ, ਨਾ ਕੋਈ ਹਿੰਸਾ ਫੈਲੀ, ਸੋ ਇਸ ਬੰਦੇ ਨੂੰ ਇਹਦੇ ਚੋਂ ਬਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ। ਇਹ ਕੇਸ ਬਾਰ-ਬਾਰ ਕੋਰਟ ਕੀਤਾ ਜਾਂਦਾ ਹੈ ਕਿ ਕੋਰਟਸ ਨੇ ਲਗਾਤਾਰ ਜਿਹੜੀ ਟੈਂਡੈਂਸੀ ਹੈ ਉਹ ਲਿਬਰਲ ਐਕਸਪ੍ਰੈਸ਼ਨ ਆਫ ਡਾਈਸੈਂਟ ਤੱਕ ਹੈ। ਹੁਣ ਜਿਸ ਵੇਲੇ ਪੂਰੀ ਦੁਨੀਆ ਦੇ ਵਿੱਚ ਇੱਕ ਬਹਿਸ ਚੱਲ ਰਹੀ ਹੈ ਕਿ ਅਸੀਂ ਡਾਈਸੈਂਟ ਲਈ ਡੈਮੋਕ੍ਰੇਸੀ ਦੇ ਵਿੱਚ ਕਿੰਨੀ ਜਗ੍ਹਾ ਹੋਏਗੀ, ਕੁਐਸਚਨ ਹੈ ਕਿ ਅਸੀਂ ਸਾਰਾ ਨਿਜ਼ਾਮ ਆਰਕੀਟੈਕਚਰ ਕਾਨੂੰਨ ਦਾ ਕਿਉਂ ਬਣਾਉਂਦੇ ਹਾਂ, ਤਾਂ ਕਿ ਡੈਮੋਕ੍ਰੇਸੀ ਸਟਰੋਂਗ ਹੋਵੇ, ਲੋਕਤੰਤਰ ਸਟਰੋਂਗ ਹੋਵੇ, ਜਿਹੜਾ ਹਰ ਬੰਦਾ ਉਹਦੇ 'ਚ ਆਪਣੀ ਗੱਲ ਕਹਿ ਸਕੇ। ਫਰੀडम ਆਫ ਐਕਸਪ੍ਰੈਸ਼ਨ ਨੂੰ ਧਾਰਾ ਆਰਟੀਕਲ 19 ਨੂੰ ਅਸੀਂ ਜ਼ਿਆਦਾ ਸਟਰੋਂਗ ਕਰੀਏ। ਕੇਦਾਰਨਾਥ ਦੇ ਵਿੱਚ ਵੀ ਫੈਸਲਾ ਇਹੀ ਸੀਗਾ ਕਿ ਇਹ 19(1) ਦੇ ਥੱਲੇ ਜਿਹੜੀਆਂ ਅਸੀਂ ਰਿਸਟ੍ਰਿਕਸ਼ਨ ਲਾਉਂਦੇ ਹਾਂ ਫ੍ਰੀ ਸਪੀਚ ਦੇ ਉੱਤੇ, ਬੋਲਣ ਦੀ ਆਜ਼ਾਦੀ ਉੱਤੇ, ਇਹ ਉਹਦੇ 'ਚ ਰੀਜ਼ਨੇਬਲ ਰਿਸਟ੍ਰਿਕਸ਼ਨ ਹੈਗੀ ਹੈ ਕਿ ਨਹੀਂ, ਤੇ ਕੇਦਾਰਨਾਥ ਸਿੰਘ ਨੇ ਕਿਹਾ ਕਿ ਰੀਜ਼ਨੇਬਲ ਰਿਸਟ੍ਰਿਕਸ਼ਨ ਹੈ। ਹੁਣ ਇਹੀ ਉਮੀਦ ਕਿ ਹੁਣ ਸੁਪਰੀਮ ਕੋਰਟ ਅੱਗੋਂ ਕੀ ਕਹੇਗੀ ਕਿ ਉਹ ਰੀਜ਼ਨੇਬਲ ਸੀ ਕਿ ਇਸ ਨੂੰ ਨਰਮ ਕਰਨਾ ਚਾਹੀਦਾ ਕਿ ਬਾਹਰ ਸੁੱਟਣਾ ਚਾਹੀਦਾ। ਐਸਪੀ ਜੀ ਜਿਹੜਾ ਕੇਦਾਰਨਾਥ ਸਿੰਘ ਵਿੱਚ ਸੀ ਨਾ, ਉਹਨਾਂ ਨੇ ਕਿਹਾ ਜੇ ਬੰਦੇ ਦਾ ਇਰਾਦਾ ਵਾਇਲੈਂਸ ਫੈਲਾਣਾ ਹੈ, ਪਬਲਿਕ ਡਿਸਆਰਡਰ ਪੈਦਾ ਕਰਨਾ ਨਹੀਂਗਾ ਜੀ, ਤੇ ਫਿਰ ਸੈਡੀਸ਼ਨ ਨਹੀਂਗਾ। ਠੀਕ ਹੈ। ਹੁਣ ਜਿਵੇਂ ਤੁਸੀਂ ਬਲਵੰਤ ਸਿੰਘ ਦਾ ਕੇਸ ਪੜਿਆ ਜੀ, ਬਲਵੰਤ ਸਿੰਘ ਦੇ ਨੇ ਮੰਨ ਲਓ 4 ਵਾਰ ਇਸ ਤਰ੍ਹਾਂ ਦੀ ਗੱਲ ਕੀਤੀ ਜਿਹਦੇ ਵਿੱਚ ਕੋਈ ਆਫੈਂਸ ਨਹੀਂ ਬਣਦਾ, ਇੱਕ ਵਾਰ ਹੋਇਆ, ਦੂਜੀ ਵਾਰ ਵੀ ਨਹੀਂ ਹੋਇਆ। ਸੁਪਰੀਮ ਕੋਰਟ ਕਹਿ ਰਹੀ ਕੋਈ ਆਫੈਂਸ ਨਹੀਂ ਬਣਦਾ, ਮੈਨੂੰ ਜਿੰਨਾ ਵੀ ਖਰਾਬ ਲੱਗੇ, ਪਰ ਸੁਪਰੀਮ ਕੋਰਟ ਕਹਿ ਰਹੀ ਆਫੈਂਸ ਨਹੀਂ ਹੈ। ਹੁਣ ਕਮਿਸ਼ਨ ਕੀ ਕਹਿ ਰਿਹਾ? ਕਮਿਸ਼ਨ ਨੇ ਹੁਣ ਜਿਹੜੀ ਗੱਲ ਜੋੜੀ ਹੈ ਕਿ ਜਿਹੜਾ ਤੁਸੀਂ ਆਪਣੇ ਸ਼ਬਦਾਂ ਰਾਹੀਂ ਜਿਵੇਂ ਵੀ ਕੰਟੈਂਪਟ ਕਰਦੇ ਹੋ ਜਾਂ ਡਿਸਅਫੈਕਸ਼ਨ ਫੈਲਾਉਂਦੇ ਹੋ, ਤੇ ਡਿਸਅਫੈਕਸ਼ਨ ਦੀ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਉਹ ਇਹ ਹੈ, ਇਟ ਇਨਕਲੂਡਸ ਡਿਸਲੋਇਲਟੀ ਐਂਡ ਆਲ ਫੀਲਿੰਗਸ ਆਫ ਐਨਿਮਿਟੀ। ਫੀਲਿੰਗ ਬਲਵੰਤ ਸਿੰਘ ਤਾਂ ਗਿਆ ਅੰਦਰ ਹੈ ਨਾ, ਹੁਣ ਫੀਲਿੰਗ ਕੇਦਾਰਨਾਥ ਫੀਲਿੰਗ ਦੀ ਗੱਲ ਨਹੀਂ ਕਰਦਾ ਜੀ। ਹੁਣ ਤੁਸੀਂ ਇਹਨੂੰ ਅਗਲੀ ਗੱਲ ਦੇਖੋ, ਮੇਰਾ ਦਿਲ ਵੀ ਪੜ ਰਿਹਾ ਕਾਨੂੰਨ। ਹਾਂ, ਹੁਣ ਕਮਿਸ਼ਨ ਕੀ ਕਹਿ ਰਿਹਾ? ਕਮਿਸ਼ਨ ਕਹਿ ਰਿਹਾ ਕਿ ਆਪ ਤੁਹਾਡੇ ਸ਼ਬਦਾਂ ਰਾਹੀਂ ਤੁਸੀਂ ਕੰਟੈਂਪਟ ਹੇਟਡ ਫੈਲਾ ਰਹੇ ਹੋ, ਤੇ ਤੁਹਾਡੀ ਇਹ ਜੇ ਟੈਂਡੈਂਸੀ ਹੋਵੇ ਜਿਹਦੇ ਨਾਲ ਵਾਇਲੈਂਸ ਇਨਸਾਈਟ ਹੁੰਦੀ ਹੋਵੇ, ਵਾਇਲੈਂਸ ਹੋ ਸਕਦੀ ਹੋਵੇ ਜਾਂ ਪਬਲਿਕ ਡਿਸਆਰਡਰ ਹੋ ਸਕਦਾ ਹੋਵੇ, ਫਿਰ ਇਹਦੇ ਜੋੜ ਦਿੱਤਾ ਜਾਵੇ ਤੇ ਕੇਦਾਰਨਾਥ ਇਹਦੇ ਵਿੱਚ ਆ ਜਾਏਗਾ। ਹੁਣ ਮੈਂ ਇਹ ਕਹਿਣਾ ਚਾਹਨਾ ਜਿਹੜਾ ਟੈਂਡ ਟੂ ਇਨਸਾਈਟ ਹੈ, ਇਰਾਦਾ, ਹੁਣ ਇੱਕ ਵਾਰ ਬਲਵੰਤ ਸਿੰਘ ਨੇ ਜਾਂ ABCD ਨੇ ਕੁਝ ਕੀਤਾ, ਉਹਦਾ ਇਰਾਦਾ ਹੈ ਨਹੀਂ ਸੀ, ਇਸ ਕਰਕੇ ਬਰੀ ਹੋ ਗਿਆ, ਸੈਡੀਸ਼ਨ ਨਹੀਂ ਬਣਦਾ, ਕੋਰਟ ਨੇ ਕਹਿਤਾ। ਹੁਣ ਅਗਲੀ ਵਾਰ ਤੁਸੀਂ ਫਿਰ ਉਸੇ ਗੱਲ ਬਾਰੇ ਫਿਰ ਫੜ ਲਓਗੇ, ਉਹਨੂੰ ਪਰਚਾ ਬਣਾ ਦਿਓਗੇ, ਤੀਜੀ ਵਾਰ ਤੁਸੀਂ ਕਹੋਗੇ ਇਹ ਤਾਂ ਟੈਂਡੈਂਸੀ ਹੈ ਉਹਦੀ। ਬਸ ਟੈਂਡੈਂਸੀ ਕਿਹੜੀ ਚੀਜ਼ ਨੂੰ ਤੁਸੀਂ ਕਹਿੰਦੇ ਹੋ? ਫਿਰ ਇੱਕ ਵਾਰੀ ਨੂੰ ਕਹਿਣਾ, ਦੋ ਵਾਰੀ ਨੂੰ ਕਹਿਣਾ ਹੈ। ਬਿਲਕੁਲ ਟੈਂਡੈਂਸੀ ਨੂੰ ਐਕਸਪਲੇਨ ਕਰਤਾ ਕਮਿਸ਼ਨ ਨੇ, ਵਿਚ ਇਜ਼ ਮੋਰ ਪ੍ਰੋਬਲਮੈਟਿਕ, ਜ਼ਿਆਦਾ ਵੱਡੀ ਪ੍ਰੋਬਲਮ ਹੈ। ਉਹ ਕਹਿੰਦੇ ਟੈਂਡੈਂਸੀ ਮੀਨਸ ਮੇਅਰ ਇਨਕਲਿਨੇਸ਼ਨ ਟੂ ਇਨਸਾਈਟ ਵਾਇਲੈਂਸ or cause public disorder rather than proof of actual violence or imminent threat to violence। मतलब violence ਦਾ threat ਵੀ ਨਾ ਹੋਵੇ, ਬਸ ਤੁਸੀਂ ਮੰਨ ਲਿਆ ਕਿ ਇਨਕਲਿਨੇਸ਼ਨ ਹੈ। ਹੁਣ ਇਨਕਲਿਨੇਸ਼ਨ ਤਾਂ ਬਲਵੰਤ ਸਿੰਘ ਦੇ ਮਾਮਲੇ 'ਚ ਕਿਹਾ ਤਾਂ ਨਹੀਂ ਹੋਈ ਨਾ। ਹੋਈਆਂ ਦੀ ਗਿਣਤੀ ਵੱਧ ਵਧਣ ਵਾਲੀ ਹੈ। ਐਸਪੀ ਸਿੰਘ ਜੀ, ਤੁਹਾਡੇ ਇਮੋਸ਼ਨਸ ਹੋਣ, ਤੁਹਾਡੀਆਂ ਫੀਲਿੰਗ ਹੋਣ, ਤੁਹਾਡਾ ਤਖਯਲ ਹੋਵੇ, ਖਿਆਲ ਹੋਵੇ, ਉਹਦੇ ਉੱਪਰ ਲਾਲ ਲਾਗੂ ਨਹੀਂ ਹੁੰਦਾ। ਸ਼ੁਕਰ ਹੈ, ਨਹੀਂ ਤਾਂ ਮੈਂ ਜੋ ਸੋਚਦਾ ਮੈਨੂੰ ਤਾਂ ਅੰਦਰ ਭੇਜਣ ਦੇ ਲੰਬੇ ਸਮੇਂ ਉਸ ਵੇਲੇ ਹੁੰਦੇ ਜਿਸ ਵੇਲੇ ਤੁਸੀਂ ਪਬਲਿਕ ਸਪੇਸ ਦੇ ਵਿੱਚ ਬਿਯੋਂਡ ਯੋਰਸੈਲਫ, ਆਪਣੇ ਪਰਸੋਨਾ ਤੇ ਬਾਹਰ ਜਾ ਕੇ ਤੁਸੀਂ ਅਗਰ ਕੋਈ ਇਸ ਤਰ੍ਹਾਂ ਦਾ ਹਰਕਤ ਕਰਦੇ ਹੋ ਜਿਹੜੀ ਸਟੇਟ ਦੀ ਐਗਜ਼ਿਸਟੈਂਸ ਦੇ ਖਿਲਾਫ ਹੈ, ਉੱਥੇ ਲਾ ਜਿਹੜਾ ਹੈਗਾ ਉਹ ਲਾਗੂ ਹੋਊਗਾ। ਤਾਂ ਜਿਸ ਵੇਲੇ ਆਪਾਂ ਇਹ ਦੇਖ ਰਹੇ ਹਾਂ ਕਿ ਡਿਸਅਫੈਕਸ਼ਨ ਵੀ ਹੈ ਜੀ, ਇਹ ਟੈਂਡੈਂਸੀ ਵੀ ਹੈ ਜੀ, ਖਿਆਲ ਵੀ ਹੈ, ਇਹ ਸਾਰੀਆਂ ਚੀਜ਼ਾਂ ਤੇ ਸਟੇਟ ਨੂੰ ਗੱਲ ਕਰਨਾ ਚਾਹੁੰਦਾ। ਦੇਖੋ ਇਹ ਬੱਚਾ ਸਾਡਾ ਸਾਂਝਾ ਸੀਗਾ, 124A ਜਿਹੜਾ ਇਹ ਇੱਧਰ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ, ਭਾਰਤ ਦਾ ਤੇ ਪਾਕਿਸਤਾਨ ਦਾ, ਇਹ ਸਾਂਝਾ ਬੱਚਾ ਸੀ ਕਿਉਂਕਿ ਅੰਗਰੇਜ਼ਾਂ ਦੀ ਔਲਾਦ ਸੀਗਾ। ਉਧਰ ਵੀ ਇਹੀ ਹੈ, ਉਹਨਾਂ ਨੇ ਇਹ ਜੰਮ ਕੇ ਸਾਨੂੰ ਦਿੱਤਾ ਹੈ
ਤੇ ਉਹਨਾਂ ਕੋਲ ਵੀ ਉਹ ਨਾਲ ਵੀ ਲੈ ਗਏ ਸੀਗੇ, ਉਹਨਾਂ ਕੋਲ ਵੀ ਹੈਗਾ ਹੀ ਸੀਗਾ ਉੱਥੇ ਸੈਡੀਸ਼ਨ ਦਾ ਐਕਟ, ਉਹਨਾਂ ਨੇ ਤਾਂ ਅੱਛਾ ਖਾਸਾ ਪੁਰਾਣਾ ਰੱਖਿਆ ਹੋਇਆ ਸੀਗਾ। ਤੇ ਉੱਥੇ ਇਹ ਹੋਇਆ ਵੀ 1960 ਦੇ ਵਿੱਚ ਉਹ ਆਬਸੋਲੀਟ ਹੋ ਗਿਆ ਸੀਗਾ ਤੇ ਫਾਰਮਲੀ ਉਹਨਾਂ ਨੇ 2009 ਦੇ ਵਿੱਚ ਇਹ ਕਾਨੂੰਨ ਦਾ ਵਰਕਾ ਫਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਸੀਗਾ। ਤੇ ਅੱਛਾ ਪਾਕਿਸਤਾਨ ਦੀ ਗੱਲ ਕੀਤੀ ਹੈ ਤੇ ਇਹ ਵੈਸੇ ਬੜੀ ਮੈਨੂੰ ਨਾ ਇਹ ਦਿਲ ਨੂੰ ਤਕਲੀਫ ਉਸ ਵੇਲੇ ਹੁੰਦੀ ਹੈ ਪਾਕਿਸਤਾਨ ਦਾ ਨਾਮ ਆਏ ਤੇ ਜਿਸ ਵੇਲੇ ਉਹ ਸਾਥੋਂ ਪਹਿਲਾਂ ਕੋਈ ਚੰਗਾ ਕੰਮ ਕਰ ਜਾਂਦੇ ਨੇ। ਇਸ ਸਾਲ ਮਾਰਚ ਦੇ ਮਹੀਨੇ ਲਾਹੌਰ ਦੀ ਹਾਈ ਕੋਰਟ ਨੇ ਧਾਰਾ 124A ਜਿਹੜਾ ਪਾਕਿਸਤਾਨ ਪੀਨਲ ਕੋਡ ਦੇ ਵਿੱਚ ਹਮਸ਼ੀਰਾ ਧਾਰਾਵਾਂ ਨੇ ਸਾਡੀਆਂ, ਜਿਹੜਾ ਨੰਬਰ ਇੱਧਰ ਹੁੰਦਾ ਉਹੀ ਨੰਬਰ ਉੱਧਰ ਹੁੰਦਾ, ਸੈਕਸ਼ਨ 124A ਦਾ, ਉਹ ਉਹਨਾਂ ਨੇ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤਾ ਤੇ ਸਰਕਾਰ ਨੇ ਉਹਦੇ ਖਿਲਾਫ ਅਪੀਲ ਨਹੀਂ ਕੀਤੀ। ਨਹੀਂ ਤੇ ਮਿੱਤਰ ਹੈਗੇ ਨੇ ਸਾਡੇ ਅਹਿਮਦ ਨੂਰਾਨੀ, ਸੀਨੀਅਰ ਪੱਤਰਕਾਰ ਨੇ ਪਾਕਿਸਤਾਨ ਦੇ ਤੇ ਫੈਕਟ ਫੋਕਸ ਨਾਮ ਦੀ ਸਾਈਟ ਚਲਾਉਂਦੇ ਨੇ, ਉਹਨਾਂ ਨੇ ਖਬਰਾਂ ਉਹਦੇ ਤੇ ਕੀਤੀਆਂ ਕਿ ਜਿਹੜੇ ਪਾਕਿਸਤਾਨ ਦੇ ਫੌਜੀ ਜਰਨੈਲ ਸੀਗੇ ਕੀ ਨਾ ਕਮਰ ਬਾਜਵਾ ਜੀ ਦਾ, ਕਮਰ ਜਾਵੇਦ ਬਾਜਵਾ, ਚੀਫ ਆਫ ਆਰਮੀ ਸਟਾਫ ਪਾਕਿਸਤਾਨ ਦੇ, ਉਹ ਜਦੋਂ ਚੀਫ ਆਫ ਆਰਮੀ ਸਟਾਫ ਬਣੇ ਤੇ 6 ਸਾਲਾਂ ਦੇ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਕਰੋੜਾਂਪਤੀ ਅਰਬਾਂਪਤੀ ਬਣ ਗਿਆ, ਬਿਲੀਅਨਰ ਹੋ ਗਿਆ, ਉਹਨਾਂ ਦੇ ਨਵੇਂ-ਨਵੇਂ ਇੰਟਰਨੈਸ਼ਨਲ ਬਿਜ਼ਨਸ ਸਟਾਰਟ ਹੋ ਗਏ ਨੇ, ਉਹਨਾਂ ਆਪਣੀ ਸਾਰੀ ਕੈਪੀਟਲ ਬਾਹਰ ਲੈ ਗਏ ਨੇ ਤੇ ਫੋਰਨ ਮੁਲਕਾਂ 'ਚ ਪ੍ਰਾਪਰਟੀਆਂ ਨੇ ਤੇ ਉਹਨਾਂ ਨੇ ਪ੍ਰਾਪਰਟੀ ਦੀਆਂ ਲਿਸਟਾਂ ਛਾਪ ਕੇ ਢੇਰ ਲਾ ਦਿੱਤੇ ਨੇ। ਤੇ ਬਾਜਵਾ ਸਾਹਿਬ ਫਿਰ ਪਿੱਛੇ ਭੱਜੇ ਵੀ ਲਾਓ ਉਹਦੇ ਤੇ ਧਾਰਾ 124A, ਤੇ ਧਾਰਾ 124A ਅਵੇਲੇਬਲ ਨਹੀਂ ਸੀ, ਇਸ ਲਈ ਅਹਿਮਦ ਨੂਰਾਨੀ ਜੀ ਨਿਕਲ ਗਏ ਨੇ ਤੇ ਅਮਰੀਕਾ ਵਿੱਚ ਬੈਠੇ ਨੇ ਤੇ ਖੂਬ ਪੱਤਰਕਾਰੀ ਕਰਦੇ ਨੇ ਤੇ ਪਾਕਿਸਤਾਨ ਦੇ ਫੌਜੀ ਜਰਨੈਲਾਂ ਦੇ ਜਿਹੜੇ ਅਸਾਸੇ ਨੇ ਖੂਬ ਉਹਨਾਂ ਦੇ ਜਿਹੜੇ ਚਿੱਠੇ ਛਾਪਦੇ ਨੇ। ਇਹੋ ਜਿਹਾ ਕੰਮ ਅਸੀਂ ਇੱਧਰ ਨਹੀਂ ਕਰ ਸਕਦੇ, ਹਾਲੇ ਧਾਰਾ 124A ਸਾਨੂੰ ਡੇਲੇ ਕੱਟ ਕੇ ਦਿਖਾਉਂਦੀ ਹੈ। ਸੋ ਤੁਸੀਂ ਟੇਕ ਅ ਗੈਸ ਖਾਲਿਦ ਸਾਹਿਬ ਕਿ ਜਿਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਆਏਗਾ, ਕੇਦਾਰਨਾਥ ਵਾਲਾ 5 ਜੱਜ ਬੈਂਚ ਸੀ, ਕੇਦਾਰਨਾਥ ਦਾ 5 ਜੱਜ ਬੈਂਚ ਤੇ ਹੁਣ ਤਾਂ ਵੱਡਾ ਹੀ ਬੈਂਚ ਹੋਏਗਾ, ਦੇਖੋ ਜੇ ਉਹਨੂੰ ਰਿਵਿਊ ਕਰਨਾ ਤਾਂ ਓਬਵੀਅਸਲੀ 7 ਜੱਜ ਮਿਨੀਮਮ ਹੋਏਗਾ ਤੇ ਟੇਕ ਅ ਬੈਟ ਕਾਨੂੰਨ ਸਰਕਾਰ ਇਸ ਨੂੰ ਸੁਪਰੀਮ ਕੋਰਟ ਇਸ ਨੂੰ ਡਿਲੀਟ ਕਰੇਗੀ ਕਿ ਚੁੱਕੇ ਬਾਹਰ ਸੁੱਟੇਗੀ कि सरकार पॉसिबली जित भी सकती देखो है कि मामला लटके। देखो कुछ केसेस ऐसे हैं, विनोद दुआ का केस है फॉर एग्जांपल, एल्गर परिषद का केस, एल्गर विनोद दुआ ने क्या भी कोविड की हैंडलिंग मोदी साहब ने ठीक नहीं की थी, सरकार ने क्या देशद्रोही जेएनयू सेडिशन का केस है, रजत शर्मा का केस है वर्सेस गवर्नमेंट यूनियन ऑफ इंडिया, फारूक अब्दुल्ला ਦੇ ਬਾਰੇ ਕੀਤਾ ਸੀਗਾ। ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਲੀਗਲ ਓਪੀਨੀਅਨ ਹੈ ਕੋਰਟਾਂ ਦਾ ਜਿਹੜਾ ਐਪਲੀਕੇਸ਼ਨ ਆਫ ਮਾਈਂਡ ਹੈ ਉਹ ਤਾਂ ਕਾਫੀ ਕਲੀਅਰ ਹੈ। ਉਹ ਇਸ ਆਰਟੀਕਲ 124A ਨੂੰ ਜਾਂ ਤਾਂ ਬਿਲਕੁਲ ਡਾਇਲੂਟ ਕਰਨਾ ਚਾਹੁੰਦੇ ਆ ਜਾਂ ਇਹਨੂੰ ਰੱਦ ਕਰਨਾ ਚਾਹੁੰਦੇ ਆ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਹੁਣ ਤੁਸੀਂ ਇਹ ਤੇ ਬਾਅਦ ਕੋਈ ਪਰਚਾ ਨਹੀਂ ਦਰਜ ਕਰਨਾ ਔਰ ਜਿੰਨੇ ਵੀ ਬੰਦੇ ਅੰਦਰ ਸੀਗੇ ਉਹ ਸਾਰੇ ਬੇਲ ਵਾਸਤੇ ਐਲੀਜੀਬਲ ਹੋ ਗਏ। ਸੋ ਆਰ ਯੂ ਸੀਇੰਗ ਗਵਰਨਮੈਂਟ ਵਰਸਸ ਸੁਪਰੀਮ ਕੋਰਟ ਸਿਚੁਏਸ਼ਨ ਹੈ ਕਿ ਇਟ ਇਜ਼ ਅਗਰ ਗਵਰਨਮੈਂਟ ਲੱਗ ਰਿਹਾ ਜਿੱਦਾਂ ਪਾਕਿਸਤਾਨ ਬਾਰੇ ਗੱਲ ਕਰ ਰਹੇ ਹਾਂ ਅਦਲੀਆ ਵਰਸਸ ਅਗਰ ਸਰਕਾਰ ਲਾਅ ਕਮਿਸ਼ਨ ਦੀਆਂ ਟੋਟਲ ਰეკਮੈਂਡੇਸ਼ਨ ਐਸ ਸੱਚ ਕਹਿੰਦੇ ਜੀ ਇਹ ਸਾਡਾ ਓਪੀਨੀਅਨ ਹੈ ਕਿਉਂਕਿ ਲਾਅ ਕਮਿਸ਼ਨ ਦਾ ਓਪੀਨੀਅਨ ਹੈ ਲੈ ਕੇ ਜਾਂਦੀ ਹੈ ਤਾਂ ਡੈਫੀਨਿਟਲੀ ਇਹ ਮੈਨੂੰ ਬ੍ਰੇਕ ਨਹੀਂ ਰੁਕਣਾ ਪੈ ਰਿਹਾ ਪਰ ਮੈਨੂੰ ਇੱਦਾਂ ਲੱਗਣ ਲੱਗ ਪਿਆ ਵੀ ਜੇ ਸਰਕਾਰ ਹੁਣ ਕੁਝ ਵੀ ਨਾ ਕਰੇ ਤਾਂ ਸ਼ਾਇਦ ਸਰਕਾਰ ਇਸ ਤੋਂ ਬਾਅਦ ਹੁਣ ਤਾਂ ਵੀ ਲਿਬਰਲ ਲੱਗਣ ਲੱਗ ਜਾਏਗੀ ਕਿਉਂਕਿ ਲਾਅ ਕਮਿਸ਼ਨ ਦਾ ਇਹ ਕਹਿ ਰਿਹਾ। ਬ੍ਰੇਕ ਲਈ ਰੁਕ ਰਹੇ ਆ ਪਰ ਲਾਅ ਕਮਿਸ਼ਨ ਦੀ ਆਪਾਂ ਗੱਲ ਕੀਤੀ ਸੀ ਵੀ ਲਾਅ ਕਮਿਸ਼ਨ ਦਾ ਹੀ ਨਜ਼ਰ ਮਾਰ ਲਈਏ ਕਿ ਇਹ ਜਿਹੜਾ ਸਿਫਾਰਸ਼ਾਂ ਮੇਰੇ ਮੂੰਹ ਨਿਕਲਣ ਲੱਗਾ ਸੀ ਵੀ ਚੰਨ ਕਿੰਨੇ ਚਾੜਿਆ ਪਰ 124 ਨਾ ਲੱਗ ਜਾਵੇ, ਇਹ ਸਿਫਾਰਸ਼ਾਂ ਕੀਤੀਆਂ ਨੇ ਜਿਸ ਕਮਿਸ਼ਨ ਨੇ ਇਹ ਆਪਣੇ ਆਪ ਦੇ ਵਿੱਚ ਕੀ ਬੁਲਾਇਆ। ਵਿਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਲਾਅ ਕਮਿਸ਼ਨ ਆਫ ਇੰਡੀਆ ਦੀਆਂ ਹੁਣੇ ਆਈਆਂ ਸਿਫਾਰਸ਼ਾਂ ਤੋਂ ਬਾਅਦ ਕਿ ਦੇਸ਼ ਧਰੋਹ ਦੇ ਕਾਨੂੰਨ ਨੂੰ ਹੋਰ ਸਖਤ ਕਰ ਦਿੱਤਾ ਜਾਵੇ ਤੇ ਜਿਹੜੇ ਤੁਹਾਡੇ ਘੁਲਾਟੀਏ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੇਸ਼ ਧਰੋਹੀ ਸਰਕਾਰ ਨੂੰ ਦਿਸਦੇ ਨੇ, ਹੁਣ ਪਤਾ ਨਹੀਂ ਇਸ ਨਵੀਂ ਪਰਿਭਾਸ਼ਾ ਦੇ ਅਨੁਸਾਰ ਤੱਕ ਕਿੰਨਿਆਂ ਕੁ ਦੇ ਵਿੱਚੋਂ ਦੇਸ਼ ਧਰੋਹੀ ਦਿਸਣ ਲੱਗ ਜਾਣਗੇ। ਸਾਡੇ ਨਾਲ ਇਸ ਚਰਚਾ ਵਿੱਚ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਨੇ ਤੇ ਵਕੀਲ ਰਾਜੀਵ ਗੋਦਾਰਾ ਜੀ ਹਨ। ਮੁਹੰਮਦ ਖਾਲਿਦ ਜੀ, ਇਹ ਲਾਅ ਕਮਿਸ਼ਨ ਆਫ ਇੰਡੀਆ ਦੇ ਬਾਰੇ ਮੈਂ ਗੱਲ ਕਰਨੀ ਚਾਹ ਰਿਹਾ ਸੀਗਾ ਕਿਉਂਕਿ ਦੇਖੋ ਬਹੁਤ ਸਾਰੇ ਕਮਿਸ਼ਨ ਹੈਗੇ ਨੇ ਸਾਡੇ ਕੋਲ। NHRC ਹੈ, ਨੈਸ਼ਨਲ ਹਿਊਮਨ ਰਾਈਟਸ ਦਾ ਕਮਿਸ਼ਨ ਹੈ, ਅਸੀਂ ਔਰਤਾਂ ਬਾਰੇ ਇੱਕ ਕਮਿਸ਼ਨ ਬਣਾਇਆ ਹੋਇਆ, ਇੱਕ ਸਾਡੇ ਕੋਲ ਬੱਚਿਆਂ ਬਾਰੇ ਵੀ ਕਮਿਸ਼ਨ ਹੈਗਾ NCPCR ਜਿਹੜਾ ਨੈਸ਼ਨਲ ਕਮਿਸ਼ਨ ਫॉर ਪ੍ਰੀਵੈਂਸ਼ਨ ਆਫ ਕ੍ਰਾਈਮਸ ਅਗੇਂਸਟ ਚਿਲਡਰਨ ਵਾਲਾ, ਤੇ ਫਿਰ ਉਹ ਸਫਾਈ ਕਰਮਚਾਰੀਜ਼ ਬਾਰੇ ਕਮਿਸ਼ਨ ਹੈਗੇ ਨੇ। ਹੋਰ ਵੀ ਰਜੀਵ ਜੀ ਤੁਹਾਨੂੰ ਹੋਰ ਯਾਦ ਆ ਰਹੇ ਨੇ ਕਮਿਸ਼ਨ ਕੋਈ ਇੱਕ ਦੋ ਮੇਰੇ ਧਿਆਨ 'ਚ ਸੀਗੇ, ਬਹੁਤ ਸਾਰੇ ਪਾਰਲੀਮੈਂਟ ਐਕਟਸ ਦੇ ਥੱਲੇ ਨੇ, ਚਾਰਟਰ ਦੇ ਥੱਲੇ ਨੇ, ਕਿਤੇ ਨਾ ਕਿਤੇ ਕਿਸੇ ਪਾਰਲੀਮੈਂਟਰੀ ਐਕਟ ਦੇ ਵਿੱਚੋਂ ਇਹ ਕਮਿਸ਼ਨ ਨਿਕਲਦੇ ਨੇ। ਇਹ ਮੈਂ ਦੇਖ ਰਿਹਾ ਸੀਗਾ ਕਿ ਇਹ ਕਮਿਸ਼ਨ ਕਿੱਥੋਂ ਆਇਆ ਜੀ। ਇਹ ਲਾਅ ਕਮਿਸ਼ਨ ਜਿਹੜਾ ਹੈਗਾ ਲਾਅ ਕਮਿਸ਼ਨ ਆਫ ਇੰਡੀਆ
ਇੱਕ ਤਾਂ ਇੰਨਾ ਕੈਜੂਅਲ ਕਮਿਸ਼ਨ ਹੈ, ਇੰਨਾ ਐਡਹੌਕ ਕਮਿਸ਼ਨ ਹੈ ਵੀ ਹਰ ਵਾਰੀ ਜਦੋਂ ਕਮਿਸ਼ਨ ਲਾਇਆ ਜਾਂਦਾ ਹੈ ਤਾਂ ਕਮਿਸ਼ਨ ਦੀਆਂ ਨਵੇਂ ਸਿਰੇ ਤੋਂ ਟਰਮਸ ਆਫ ਰੈਫਰੈਂਸ ਦੱਸੀਆਂ ਜਾਂਦੀਆਂ ਨੇ। ਕੋਈ ਇਹਦੀ ਮਿਆਦ ਨਹੀਂ ਹੈ ਕਿ ਇਹ ਕਿੰਨੀ ਦੇਰ ਹੈ। ਪਹਿਲਾਂ ਟ੍ਰੈਡੀਸ਼ਨਲੀ ਕਿਉਂਕਿ ਪਹਿਲਾ ਕਮਿਸ਼ਨ ਲੱਗਾ ਤੇ ਅੱਛਾ ਉਹ ਤਾਂ ਹੈ ਰਿਮਾਰਕੇਬਲ ਪਰਸਨ MC ਸੈਤਲਵਰਡ ਸੀਗੇ ਉਹਦੇ ਚੇਅਰਪਰਸਨ, ਤੇ ਉਹਨਾਂ ਨੇ 3 ਸਾਲਾਂ ਬਾਅਦ ਰਿਪੋਰਟ ਦਿੱਤੀ ਤੇ ਆਲਮੋਸਟ ਇਹ ਤੈਅ ਹੋ ਗਿਆ ਵੀ ਜਿੱਦਾਂ ਇਹ 3 ਸਾਲੇ ਦੀ ਟੈਨਿਓਰ ਹੋਇਆ ਕਰੇਗੀ। ਫਿਰ ਕੋਈ ਬਹੁਤ ਛੇਤੀ ਵੀ ਛੱਡ ਜਾਂਦਾ ਰਿਹਾ, ਵਿੱਚੋਂ ਸਰਕਾਰ ਕਈ ਵਾਰੀ ਨਹੀਂ ਵੀ ਲਗਾਉਂਦੀ ਸੀਗੀ। ਇਹ ਰਿਤੂ ਰਾਜ ਅਵਸਥੀ ਜੀ ਨੇ ਜਦੋਂ ਜਜਮੈਂਟ ਦਿੱਤੀ ਹੈ ਹਿਜਾਬ ਵਾਲੀ ਮਾਰਚ ਦੇ ਵਿੱਚ, ਤੇ ਉਸ ਤੋਂ ਬਾਅਦ ਨਵੰਬਰ ਵਿੱਚ ਉਹਨਾਂ ਦੀ ਚੇਅਰਮੈਨ ਲੱਗਣ ਦੀ ਵਾਰੀ ਆ ਗਈ ਤੇ ਬੜੀ ਛੇਤੀ ਇਹ ਆ ਗਿਆ। ਹੁਣ ਮੈਂ ਤਾਹਿਰ ਮਹਿਮੂਦ ਜੀ ਦਾ ਐਨਾਲਿਸਿਸ ਪੜ੍ਹ ਰਿਹਾ ਸੀਗਾ। ਤਾਹਿਰ ਮਹਿਮੂਦ ਜੀ ਨੈਸ਼ਨਲ ਮਾਈਨੋਰਟੀਜ਼ ਕਮਿਸ਼ਨ ਦੇ ਚੇਅਰਪਰਸਨ ਰਹੇ ਨੇ ਤੇ ਲਾਅ ਕਮਿਸ਼ਨ ਆਫ ਇੰਡੀਆ ਦੇ ਉਹ ਮੈਂਬਰ ਰਹੇ ਨੇ, ਬੜੇ ਐਮੀਨੈਂਟ ਜਿਊਰਿਸਟ ਨੇ। ਉਹਨਾਂ ਨੇ ਲਿਖਿਆ ਕਿ ਕੋਈ ਫਿਕਸਡ ਕੰਪੋਜੀਸ਼ਨ ਨਹੀਂ ਹੈ, ਕੋਈ ਇਹਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਨਹੀਂ ਹੈਗਾ ਕਿ ਭਾਈ ਕਿਸੇ ਫਾਰਮਰ ਜੱਜ ਨੂੰ ਹੀ ਲਾਣਾ ਹੈ, ਕਿਸ ਨੂੰ ਲਾਣਾ ਹੈ, ਤੇ ਕੋਈ ਸੈੱਟ ਫੰਕਸ਼ਨਸ ਨਹੀਂ ਹੈਗੇ ਵੀ ਇਹ ਕਮਿਸ਼ਨ ਨੇ ਕੀ ਕਰਨਾ। ਇਹ ਆਲਮੋਸਟ ਸਰਕਾਰ ਦੀ ਮਰਜ਼ੀ ਅਨੁਸਾਰ ਲਾਇਆ ਜਾਂਦਾ, ਮਰਜ਼ੀ ਅਨੁਸਾਰ ਹਟ ਜਾਂਦਾ, ਮਰਜ਼ੀ ਅਨੁਸਾਰ ਇਹ ਰਿਪੋਰਟਾਂ ਦਿੰਦਾ ਤੇ ਐਡਹੌਕ ਬਾਡੀ ਹੈ ਤੇ ਇੰਨੀ ਕੈਜੂਅਲੀ ਹੋਰ ਕੋਈ ਬਾਡੀ ਨਹੀਂ ਹੈਗੀ ਤੇ ਇਹਦੇ ਵਿੱਚ ਸੁਧਾਰ ਚਾਹੀਦੇ ਨੇ। ਤੁਹਾਨੂੰ ਜਾਪਦਾ ਹੈ ਕਿ ਜਿੱਥੇ ਸੁਧਾਰ ਕਰਨੇ ਚਾਹੀਦੇ ਸੀ ਲਾਅ ਕਮਿਸ਼ਨ ਆਪਣੇ ਅੰਦਰ ਝਾਤੀ ਮਾਰੇ, ਉਹ ਤਾਂ ਕੀਤਾ ਨਹੀਂ ਹੈ। ਜਿਹੜਾ ਉਸਨੇ ਕੰਮ ਕਰਨਾ ਸੀ ਉਹ ਰਾਜੀਵ ਗੁਦਾਰਾ ਜੀ ਨੇ ਕਿਹਾ ਕਿ ਜਦੋਂ ਤੁਸੀਂ ਕੰਸਲਟੇਟਿਵ ਪ੍ਰੋਸੈਸ ਤੈਅ ਕਰਨਾ ਸੀ, ਇੱਕ ਤਾਂ ਮੈਨੂੰ ਉਹਦੇ ਤੇ ਥੋੜਾ ਜਿਹਾ ਮੈਂ ਰਾਜੀਵ ਗੁਦਾਰਾ ਜੀ ਤੋਂ ਪੁੱਛਾਂਗਾ ਕਿ ਜਿਸ ਵੇਲੇ ਸੁਪਰੀਮ ਕੋਰਟ ਨੂੰ ਕਿਹਾ ਸੀਗਾ ਉਹਨਾਂ ਨੇ ਕਿ ਅਸੀਂ ਰਿਵਿਊ ਕਰਾਂਗੇ, ਤਾਂ ਉਸ ਵੇਲੇ ਸ਼ੁਡਨਟ ਦਾ ਸੁਪਰੀਮ ਕੋਰਟ ਹੈ ਵਾਸਟ ਕਿ ਜੀ ਕਿਸ ਲੈਵਲ ਦੇ ਉੱਤੇ ਰਿਵਿਊ ਕੀਤਾ ਜਾਏਗਾ, ਕਿ ਪਾਰਲੀਮੈਂਟ ਰਿਵਿਊ ਕਰੇਗੀ, ਲੈਜਿਸਲੇਟਿਵਲੀ ਰਿਵਿਊ ਹੋਏਗਾ, ਕੋਈ ਕਮੇਟੀ ਹੋਏਗੀ, ਸਰਕਾਰ ਕੋਈ ਸਪੈਸ਼ਲਿਸਟ ਦੀ ਕਮੇਟੀ ਬਣਾਏਗੀ, ਜੂਰਿਸਟ ਦੀ ਕਮੇਟੀ ਬਣੇਗੀ ਕਿ ਲਾਅ ਕਮਿਸ਼ਨ ਕਰੇਗਾ, ਔਰ ਸੈਕੰਡ ਦੀ ਵਾਟ ਅਬਾਊਟ ਦਾ ਲਾਅ ਕਮਿਸ਼ਨ ਇਟਸੈਲਫ। ਦੇਖੋ ਇਦਾਂ ਪਹਿਲੀ ਚੀਜ਼ ਤਾਂ ਹੈਗੀ ਹੈ ਜਿੰਨੇ ਵੀ ਕਮਿਸ਼ਨ ਬਣਦੇ ਆ ਉਹਨਾਂ ਸਾਰਿਆਂ ਦੇ ਵਿੱਚ ਸਰਕਾਰ ਦੇ ਫੇਵਰਿਟਿਜ਼ ਹੁੰਦੇ ਆ। ਦੈਟ ਇਜ਼ ਆਲ ਰਾਈਟ, ਠੀਕ ਹੈ ਨਹੀਂ? ਔਰ ਸਰਕਾਰ ਕਈ ਵਾਰ ਕਮਿਸ਼ਨਾਂ ਤੋਂ ਉਸ ਤਰ੍ਹਾਂ ਦੇ ਓਪੀਨੀਅਨ ਲੈਂਦੀ ਹੈ ਜਿਹੜੇ ਕਿ ਸਰਕਾਰ ਚਾਹੁੰਦੀ ਹੁੰਦੀ ਹੈ। ਇਹ ਕਈ ਵਾਰ ਹੋਇਆ ਜੀ। ਇਸ ਕਰਕੇ ਇਹ ਕਹਿਣਾ ਵੀ ਕਮਿਸ਼ਨ ਕੁਝ ਦਿਨਾਂ ਵਾਸਤੇ ਪਤਾ ਨਹੀਂ ਉਹਦਾ ਐਡਹੌਕ ਹੈ, ਉਹਦਾ ਕੋਈ ਟਰਮਸ ਕੰਡੀਸ਼ਨਸ ਕਿਉਂ ਹੋਵੇ ਨਾ ਐਡਹੌਕ ਕਿਉਂ ਹੋਵੇ ਬਿਨਾਂ ਕਿਸੇ ਪਾਰਲੀਮੈਂਟਰੀ ਐਕਟ ਤੋਂ ਕਮਿਸ਼ਨ ਹੈਗਾ। ਇਹ ਹੈਗੀ ਹੈ ਕਿ ਅਗਰ ਤੁਸੀਂ ਕੋਈ ਵੀ ਕਮੇਟੀ ਜਾਂ ਕੋਈ ਵੀ ਕਮਿਸ਼ਨ ਬਣਾਉਂਦੇ ਆ ਉਹ ਟਰਮਸ ਆਫ ਰੈਫਰੈਂਸ ਜਿਹੜਾ ਹੈਗਾ ਉਹ ਸਟੈਚੂਟਰੀ ਹੋਣਾ ਚਾਹੀਦਾ। ਲਾਅ ਕਮਿਸ਼ਨ ਜਿਹੜਾ ਹੈਗਾ ਘੱਟੋ ਘੱਟ ਲਾਅ ਕਮਿਸ਼ਨ ਦਾ ਸਟੈਚੂਟਰੀ ਹੋਣਾ ਚਾਹੀਦਾ ਜਿਹਦੇ ਟਰਮਸ ਐਂਡ ਕੰਡੀਸ਼ਨਸ ਸਟੈਚੂਟਰੀ ਬਿਲਕੁਲ ਵੱਡੀ ਗੱਲ ਤਾਂ ਹੋਣਾ ਚਾਹੀਦਾ। ਪਹਿਲੀ ਚੀਜ਼ ਹੈ। ਦੂਸਰੀ ਗੱਲ ਮੈਂ ਇਹਦੇ ਵਿੱਚ ਇਹ ਕਹਾਂਗਾ ਕਿ ਲਾਅ ਜਸਟ ਅ ਸੈਕਿੰਡ ਬਾਈ ਦ ਵੇ, ਪੰਜਾਬ ਚ ਡੂ ਵੀ ਹੈਵ ਦ ਸਟੇਟ ਲਾਅ ਕਮਿਸ਼ਨ ਨਾਓ? ਹੁਣ ਹੈਗਾ ਸਾਡੇ ਕੋਲ ਸਟੇਟ ਲਾਅ ਕਮਿਸ਼ਨ? ਕੋਈ ਜਾਣਕਾਰੀ ਨਹੀਂ ਸਰ, ਆਈ ਐਮ ਨਾਟ ਸ਼ੋਰ। ਮੇਰੇ ਖਿਆਲ ਚ ਲਾਸਟ ਅਮਰਜੀਤ ਸਿੰਘ ਗਿੱਲ ਸੀਗੇ ਜੱਜ ਸਾਹਿਬ, ਉਸ ਤੋਂ ਬਾਅਦ ਤਾਂ ਬਣਾਇਆ ਹੀ ਨਹੀਂ ਇਹਨਾਂ ਨੇ। ਪਰ ਹਰਿਆਣਾ ਹੈਜ਼ ਅ ਲਾਅ ਕਮਿਸ਼ਨ, ਪੰਜਾਬ ਡਸਨਟ ਹੈਵ ਟੂ ਦ ਬੈਸਟ ਆਫ ਮਾਈ ਅੰਡਰਸਟੈਂਡਿੰਗ ਜੀ। ਦੇਖੋ ਗੱਲ ਇਹ ਹੈਗੀ ਵੀ ਲਾਅ ਕਮਿਸ਼ਨ ਸਟੇਟ ਲਾਅ ਕਮਿਸ਼ਨ ਦਾ ਵੈਸੇ ਹੀ ਪੱਟਾ ਬੈਠਿਆ ਪਿਆ। ਮੈਂ ਸਟੇਟ ਦੀ ਗੱਲ ਵੀ ਮੈਂ ਕਰ ਜੀ। ਜਿਹੜਾ ਨਾਗਰਿਕ ਹੈ ਨਾ, ਜਿਸ ਵੇਲੇ ਤੁਸੀਂ ਸੈਡੀਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਸੈਡੀਸ਼ਨ ਕਿਹਦੀ ਹੈ? ਸਟੇਟ ਦੇ ਅਗੇਂਸਟ। ਇਹ ਸਟੇਟ ਕੌਣ ਹੈ? ਸੈਂਟਰ ਗਵਰਨਮੈਂਟ। ਇੱਥੇ ਜਿਹੜਾ ਹੈਗਾ ਤੁਸੀਂ ਡਬਲ ਸੈਡੀਸ਼ਨ ਦੇ ਅੰਡਰ ਆ ਜਾਂਦੇ ਹੋ, ਯਾਨੀ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ, ਪੰਜਾਬ ਜਿੰਨੇ ਵੀ ਕੇਸਿਸ ਹੈਗੇ ਡਬਲ ਇੰਜਨ ਦੀ ਸਰਕਾਰ ਡਬਲ ਸੈਡੀਸ਼ਨ ਹੀ ਲਾਏਗੀ। ਤੁਸੀਂ ਦੇਖੋ ਕਮਾਲ ਦੀ ਗੱਲ ਹੈਗੀ ਹੈ ਕਿ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ ਜਿੰਨੇ ਵੀ ਹੈਗੇ ਆ ਉਹ ਵੀ ਇਹਦਾ ਇਸਤੇਮਾਲ ਕਰੀ ਜਾਂਦੇ ਆ, ਜਦ ਕਿ 124 ਇਹ ਤਾਂ ਕੇਂਦਰ ਦਾ ਹੋਣਾ ਚਾਹੀਦਾ ਕਿਉਂਕਿ ਸਟੇਟ ਦੇ ਅਗੇਂਸਟ ਹੈ। ਤਾਂ ਇਹ ਚੀਜ਼ ਜਿਹੜੀ ਹੈਗੀ ਇਹ ਵੀ ਕੋਰਟ ਨੂੰ ਕੋਗਨੀਜ਼ੈਂਸ ਲੈਣੀ ਚਾਹੀਦੀ ਹੈ ਕਿ ਕਿਆ ਸਟੇਟ ਗਵਰਨਮੈਂਟਾਂ ਵੀ ਇਹਨੂੰ ਇਸਤੇਮਾਲ ਕਰ ਸਕਦੀਆਂ ਹੈ, ਕੇਵਲ ਕੇਂਦਰ ਹੀ ਇਸਤੇਮਾਲ ਕਰ ਸਕਦਾ ਹੈ। ਇਹ ਇੱਕ ਇਸ਼ੂ ਜਿਹੜਾ ਹੈਗਾ ਮੈਨੂੰ ਲੱਗਦਾ ਕਿਤੇ ਉਹਦੇ ਵਿੱਚ ਨਹੀਂ ਆਇਆ ਹੈ, ਕਿਉਂਕਿ ਤੁਸੀਂ ਜਿਹੜਾ ਸਿਟੀਜ਼ਨ ਨੂੰ, ਵਿਅਕਤੀ ਨੂੰ ਅਗਰ ਕੁਝ ਵੀ ਬੋਲਦਾ ਹੈ, ਇਹਦਾ ਮਤਲਬ ਕੱਲ ਨੂੰ ਡਿਸਟ੍ਰਿਕਟ ਲੈਵਲ ਤੇ ਡੀਸੀ ਵੀ ਲਾਉਣ ਲੱਗ ਜੂਗਾ ਤੇ ਫਿਰ 124 ਹੈ, ਕਿਉਂਕਿ ਉਹ ਵੀ ਉਹਦਾ ਪਾਰਟ ਹੈ ਸਰਕਾਰ ਦਾ। ਇਹ ਡਿਪਟੀ ਕਮਿਸ਼ਨਰ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਪਟੀਸ਼ਨਸ ਇਨਫੈਕਟ ਸੁਪਰੀਮ ਕੋਰਟ ਦੇ ਵਿੱਚ ਗਈਆਂ ਸੀਗੀਆਂ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹ ਲਾਅ ਹੈਗਾ ਘੱਟੋ ਘੱਟ ਜਿਹੜਾ ਵੀ ਅਥਾਰਟੀ ਹੈ ਜਿਹੜੀ 124A ਦਾ ਠਾਪਾ ਮੇਰੀ ਪਿੱਠ ਤੇ ਠੋਕਦੀ ਹੈ ਉਹ ਸਪੈਸੀਫਾਈ ਤਾਂ ਕਰੇ, ਸਪੀਕਿੰਗ ਆਰਡਰ ਹੋਣ, ਰੀਜ਼ਨਡ ਆਰਡਰ ਹੋਵੇ ਕਿ ਇਸਨੇ ਇਹੋ ਜੀ ਸਪੈਸੀਫਿਕ ਕਿਹੜੀ ਗੱਲ ਕਹੀ ਹੈ। ਹੁਣ ਰਾਜੀਵ ਗੁਦਾਰਾ ਜੀ ਜਾਣਦੇ ਨੇ ਕਿ ਕਾਨੂੰਨ ਦੀ ਭਾਸ਼ਾ ਕਿੰਨੀ ਬਰੀਕ ਹੈ, ਜਿਹਦੇ ਚ ਰਾਜੀਵ ਗੁਦਾਰਾ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਲੱਭਣਾ ਕਿ ਮੇਰੀ ਗੱਲ ਤੋਂ ਹਿੰਸਾ ਫੈਲ ਸਕਦੀ ਹੈ, ਕੋਈ ਰੁਝਾਨ ਹੈ, ਟੈਂਡੈਂਸੀ ਹੈ ਕਿ ਨਹੀਂ ਹੈ, ਤੇ ਇਹ ਕੰਮ ਉਹ ਕਹਿ ਰਹੇ ਨੇ ਵੀ ਪੁਲਿਸ ਦਾ ਇੰਸਪੈਕਟਰ ਕਰ ਲੇਗਾ। ਸਾਨੂੰ ਪਤਾ ਪੁਲਿਸ ਦੇ ਇੰਸਪੈਕਟਰਾਂ ਦੀਆਂ ਇਹ ਮਤਲਬ ਜੇ ਉਹ ਇਮਾਨਦਾਰ ਵੀ ਹੋਵੇ ਤੇ ਜੇ ਉਹ ਅਮਿਤ ਸ਼ਾਹ ਤੋਂ ਨਾ ਵੀ ਡਰਦਾ ਹੋਵੇ ਤੇ ਕਵੇ ਕਿ ਮੈਨੂੰ ਹਿੰਦੁਸਤਾਨ ਦੇ ਕਾਨੂੰਨ ਦਾ ਸੰਰਕਸ਼ਣ ਪ੍ਰਾਪਤ ਹੈ, ਮੈਂ ਕਿਸੇ ਨੂੰ ਕੀ ਸਮਝਦਾ, ਮੈਂ ਕਾਨੂੰਨ ਅਨੁਸਾਰ ਕੰਮ ਕਰਾਂਗਾ, ਕੀ ਉਹਨਾਂ ਦੀਆਂ ਇਹ ਕੈਪੈਸਿਟੀਜ਼ ਨੇ ਕਿ ਉਹ ਭਾਸ਼ਾ ਵਿਗਿਆਨੀ ਨੇ ਕਿ ਉਹ ਦੇਖ ਲੈਣਗੇ ਕਿ ਇਹਦੇ ਟੈਂਡੈਂਸੀ ਹੈ ਨਹੀਂ ਹੈ? ਮੈਂ ਦੋ ਤਿੰਨ ਗੱਲਾਂ ਥੋੜੀ ਜਿਹੀ ਸਪਸ਼ਟ ਕਰਨਾ ਚਾਹਨਾ ਸਰ। ਇੱਕ ਤਾਂ ਜਿਹੜਾ ਲੈਟਰ ਹੈ ਕਮਿਸ਼ਨ ਦਾ, ਉਹ ਇੱਕ ਤੁਹਾਡੇ ਹੱਥ 'ਚ ਰਿਪੋਰਟ ਹੈ ਜਿਹੜੀ ਰਿਪੋਰਟ ਦਾ ਕੁਝ ਐਕਸਟ੍ਰੈਕਟ ਹੈ, ਰਿਕਮੈਂਡੇਸ਼ਨ ਤੇ ਕੁਝ ਹੋਇਆ ਜੀ। ਇਹ ਕਹਿੰਦਾ ਹੈ ਕਿ ਲਾਅ ਕਮਿਸ਼ਨ ਨੇ ਰੈਫਰੈਂਸ ਜਿਹੜਾ ਆਇਆ ਸੀ ਮਿਨਿਸਟਰੀ ਆਫ ਹੋਮ ਅਫੇਅਰਸ ਗਵਰਨਮੈਂਟ ਆਫ ਇੰਡੀਆ ਵੱਲੋਂ, ਉਹ 29 ਮਾਰਚ 2016 ਦਾ ਰੈਫਰੈਂਸ ਹੈ, ਜਿਹਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ
ਟੂ ਸਟੱਡੀ ਫॉर ਸਟੱਡੀ ਆਫ ਦ ਯੂਸੇਜ ਆਫ ਦ ਪ੍ਰੋਵੀਜ਼ਨਸ ਆਫ ਸੈਕਸ਼ਨ 124A। ਬਿਲਕੁਲ ਇਹ ਸਟੱਡੀ ਕਰਨਾ ਦੇਸ਼ ਤੋਂ ਕਿਸ ਤਰੀਕੇ ਨਾਲ 2016 ਤੋਂ ਰੈਫਰੈਂਸ ਪੈਂਡਿੰਗ ਪਿਆ ਸੀ। ਜਦੋਂ ਇਹ ਨਵਾਂ ਕਮਿਸ਼ਨ ਬਣਿਆ, ਇਹਦੀ ਅਪਾਇੰਟਮੈਂਟ 7 ਨਵੰਬਰ 2022 ਨੂੰ ਮੈਂ ਪਹਿਲਾਂ ਕਿਹਾ ਕਿ ਮੰਗੀਆਂ ਨਹੀਂ ਗਈਆਂ, ਮੈਂ ਲੈਟ ਮੀ ਕਲੈਰੀਫਾਈ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਨਾਗਰਿਕ ਇਹਦੇ ਤੇ ਆਪਣੇ ਵਿਚਾਰ ਦੇਣ, ਪਰ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਕਿਹਾ ਸੀ। ਸੋ ਜਿਨ੍ਹਾਂ ਨੂੰ ਅੰਗਰੇਜ਼ੀ ਆਉਂਦੀ ਹੈ ਤੇ ਜਿਹੜੇ ਇੰਟਰਨੈਟ ਵਰਤਦੇ ਨੇ ਉਹ ਇਹਦੇ ਤੇ ਵਿਚਾਰ ਦੇ ਸਕਦੇ ਸੀ। ਅਖਬਾਰ 'ਚ ਉਹਨਾਂ ਨੇ ਕਦੀ ਛਾਇਆ ਨਹੀਂ ਕੀਤਾ। ਹੁਣ ਵੀ ਉਹਨਾਂ ਨੇ ਜਿਹੜੀਆਂ ਸਿਫਾਰਿਸ਼ਾਂ ਨੇ, ਰਿਕਮੈਂਡੇਸ਼ਨਸ ਹੈ 2016 ਵਾਲੀਆਂ, ਇਹਦੀ ਕੰਸਲਟੇਸ਼ਨ ਦਾ ਸਾਰਾ ਪ੍ਰੋਸੈਸ ਉਹ ਆਪਣੀ ਵੈਬਸਾਈਟ ਦੇ ਉੱਤੇ ਨਹੀਂ ਪਾਇਆ। ਅੱਜ ਸਵੇਰ ਤੱਕ ਉਹ ਨਹੀਂ ਸੀ, ਮੈਂ ਚੈੱਕ ਕੀਤਾ। ਸੋ 29 ਮਾਰਚ 2016 ਤੋਂ ਰੈਫਰੈਂਸ ਪਿਆ ਸੀ। ਇਹ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਮਈ 2022 ਦੇ ਵਿੱਚ, ਜਿਹਦੇ ਵਿੱਚ ਬਾਕੀ ਸੈਡੀਸ਼ਨ ਦੇ ਪਰਚੇ ਬੰਦ ਕਰਤੇ ਤੇ ਪਿਛਲੇ ਰੋਕਤੇ, ਉਸ ਤੋਂ ਬਾਅਦ ਇੱਕ ਕਮਿਸ਼ਨ ਦੀ ਅਪਾਇੰਟਮੈਂਟ ਹੁੰਦੀ ਹੈ। ਜਿਹੜੇ ਰਿਤੂ ਰਾਜ ਜੀ ਆਏ ਰਿਟਾਇਰ ਹੋ ਕੇ, ਉਸ ਤੋਂ ਬਾਅਦ ਇਹਨਾਂ ਨੇ ਨਵੰਬਰ ਤੋਂ ਲੈ ਕੇ ਮਈ ਤੱਕ ਇਹਨਾਂ ਨੇ ਰਿਪੋਰਟ ਦੇਤੀ। ਜਿਹੜਾ ਮਾਮਲਾ 6-7 ਸਾਲ ਤੋਂ ਪਿਆ ਸੀ ਉਹ 6 ਮਹੀਨੇ 'ਚ ਇਸ ਤੋਂ ਬਾਅਦ ਰਿਪੋਰਟ ਆ ਗਈ। ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਸੀ ਤੇ ਉਸ ਤੋਂ ਕਮਿਸ਼ਨ ਨੇ ਸਪੈਸੀਫਿਕਲੀ ਇਸ ਇਸ਼ੂ ਤੇ ਕੰਮ ਸ਼ੁਰੂ ਕੀਤਾ। ਉਦੋਂ ਉਹਨਾਂ ਨੇ ਕਿੰਨਾਂ ਨੂੰ ਕੰਸੀਡਰ ਕੀਤਾ, ਕਿੰਨੀ ਚਰਚਾ ਕੀਤੀ, ਦੈਟਸ ਅ ਬੇਸਿਕ ਵਨ ਥਿੰਗ। ਦੂਜੀ ਗੱਲ ਮੈਂ ਹੋਰ ਜਿਹੜੀ ਕਹਿਣਾ ਚਾਹੁੰਦਾ ਸੀ ਕਿ ਇੱਕ ਤਾਂ ਜਿਹੜਾ ਕਮਿਸ਼ਨ ਹੈ, ਇਹਦੀ ਰਿਪੋਰਟ ਜਿਹੜੀ ਹੈ ਇਹ ਕੋਈ 124A ਨੂੰ ਅਮੈਂਡ ਨਹੀਂ ਕਰਦੀ। ਵੀ ਸ਼ੁੱਡ ਬੀ ਕਲੀਅਰ ਅਬਾਊਟ ਇਟ। 124A ਜਿਹੜਾ ਕਿਸੇ ਵੀ ਕਾਨੂੰਨ ਦਾ ਸੈਕਸ਼ਨ ਜਿਹੜਾ ਹੈ IPC ਦਾ ਵੀ, ਉਹ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਜਾਏਗਾ ਅਮੈਂਡਮੈਂਟ ਹੋਏਗੀ ਫੇਰ ਹੀ ਹੋਏਗਾ ਨਾ। ਜਿਹੜੀ ਉਹਨਾਂ ਨੇ ਨਵੀਂ ਇਬਾਰਤ ਬਣਾ ਕੇ ਦਿੱਤੀ ਹੈ। ਹੁਣ ਜਿਹੜੀ ਵਕਤ ਦੀ ਲੋੜ ਹੈ, ਇਸ ਤਰ੍ਹਾਂ ਦੀ ਚਰਚਾਵਾਂ ਦੀ ਲੋੜ ਹੈ, ਉਹ ਇਹ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਕੈਬਨਿਟ ਦੇ ਵਿੱਚ ਡਿਸਾਈਡ ਹੋਏਗਾ, ਕੈਬਨਿਟ ਕੀ ਪੋਜੀਸ਼ਨ ਲੈਂਦੀ ਹੈ, ਫਿਰ ਪਾਰਲੀਮੈਂਟ ਦੇ ਵਿੱਚ ਆਏਗਾ। ਉਦੋਂ ਇਹਨਾਂ ਇਸ਼ੂਜ਼ ਤੇ ਕਿੰਨੀ ਗਹਿਰੀ ਚਰਚਾਵਾਂ ਤੇ ਕਿੰਨੀ ਡਿਬੇਟ ਹੋਏਗੀ, ਦੈਟ ਇਜ਼ ਇੰਪੋਰਟੈਂਟ। ਤੇ ਮੈਨੂੰ ਲੱਗਦਾ ਹੈ ਕਿ ਉਦੋਂ ਇਹ ਜ਼ਿਆਦਾ ਸਚੇਤ ਰਹਿਣ ਦੀ ਗੱਲ ਹੈ, ਜ਼ਿਆਦਾ ਕੰਮ ਕਰਨ ਦੀ ਗੱਲ ਹੈ। ਦੂਜਾ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ, ਕਮਿਸ਼ਨ ਨੇ ਕੀ ਕਿਹਾ, ਜਿਹੜਾ ਤੁਸੀਂ ਗੱਲ ਕੀਤੀ ਸੀ ਕਨਵਿਕਸ਼ਨ ਰੇਟ ਕੀ ਹੈ, ਕਮਿਸ਼ਨ ਨੇ ਕਹਿਤਾ ਵੀ ਕਨਵਿਕਸ਼ਨ ਰੇਟ ਕੀ ਰਿਹਾ ਹੈ ਇਹ ਕੋਈ ਮੈਟਰ ਨਹੀਂ ਕਰਦਾ ਕਿ ਇਸ ਕਾਨੂੰਨ ਦੇ ਬਾਰੇ ਫੈਸਲਾ ਕਰਨ ਵਾਸਤੇ। ਉਹ ਤਾਂ ਜੀ ਪੁਲਿਸ ਵਾਲਿਆਂ ਨੇ ਕੁਝ ਗਲਤੀਆਂ ਕਰਤੀਆਂ, ਉਹਨੇ ਅਸੀਂ ਪ੍ਰੋਸੀਜਰ ਠੀਕ ਕਰ ਦੇਣੇ ਅਤੇ ਠੀਕ ਹੋ ਜਾਏਗਾ। ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਜਸਟ ਬਿਕੋਜ਼ ਇਹ ਅੰਗਰੇਜ਼ਾਂ ਦੇ ਵੇਲੇ ਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹਦਾ ਮਤਲਬ ਇਹ ਨਹੀਂਗਾ। ਪਰ ਜਿਹੜਾ ਕਨਵਿਕਸ਼ਨ ਰੇਟ ਘੱਟ ਹੋਣਾ ਜਾਂ ਉਹਦੇ ਵਿੱਚ ਚਾਰਜ ਸ਼ੀਟ ਵੀ ਲੋਕ ਕੇਸਾਂ ਦੇ ਵਿੱਚ ਘੱਟ ਫਾਈਲ ਹੋਣੀ, ਇਹ ਕੀ ਦੱਸਦਾ ਹੈ? ਇਹ ਅਸਲ 'ਚ ਇਹ ਦੱਸਦਾ ਹੈ ਕਿ ਪੁਲਿਸ ਜਾਂ ਸਟੇਟ ਇਸ ਕਾਨੂੰਨ ਦਾ, ਇਸ ਧਾਰਾ ਦਾ ਕਿਸ ਤਰ੍ਹਾਂ ਇਸਤੇਮਾਲ ਕਰਦੀ ਹੈ ਆਪਦੇ ਵਿਰੋਧੀਆਂ ਨੂੰ ਚੁੱਪ ਕਰਾਉਣ ਵਾਸਤੇ। ਐਸੇ ਕਰਕੇ ਉਹਨਾਂ ਦੀ ਕੋਈ ਇਰਾਦਾ ਹੀ ਨਹੀਂ ਹੁੰਦਾ ਕਿ ਬਾਅਦ ਦੇ ਵਿੱਚ ਕੇਸ ਇੰਨਾ ਮਜ਼ਬੂਤ ਹੈ ਤੇ ਅਲਟੀਮੇਟਲੀ ਚਾਰਜ ਸ਼ੀਟ ਹੋਏਗੀ ਤੇ ਸਜ਼ਾ ਵੀ ਹੋ ਸਕੇ। ਇਹ ਹੋ ਸਕਦਾ ਜਦੋਂ ਬਹਿਸ ਜ਼ਿਆਦਾ ਚੱਲੇ ਤੇ ਸਰਕਾਰ ਇੱਕ ਹੋਰ ਅਗਲਾ ਕਦਮ ਚੁੱਕ ਲੈਣ ਕਿ ਮੁੜ ਕੇ ਜੀ ਸਜ਼ਾ ਕਰਾਉਣ ਵਾਲੇ ਤੁਰ ਪੈਣ, ਹੋਰ ਜ਼ਿਆਦਾ ਮਿਸਯੂਜ਼ ਕਰਨਾ ਸ਼ੁਰੂ ਕਰ ਦੇਣ। ਇਹ ਡਰ ਹੋ ਸਕਦਾ, ਪਰੰਤੂ ਹੁਣ ਤੱਕ ਇਹ ਹੋਇਆ ਕਿ ਤੁਸੀਂ ਇੱਕ ਵਾਰ ਸੈੱਟ ਕਰਨਾ ਹੈ, ਬੰਦਾ ਠਿਕਾਣੇ ਲਾਣਾ ਹੈ ਤੇ ਇਹਦਾ ਇਸਤੇਮਾਲ ਕਰ ਲਿਆ। ਬਟ ਜਿਹੜਾ ਬੇਸਿਕ ਸਵਾਲ ਹੈ ਨਾ ਜੀ, ਜਿਹਦੇ ਬਾਰੇ ਤੁਸੀਂ ਜਦੋਂ ਬਲਵੰਤ ਸਿੰਘ ਦੀ ਕੇਸ ਦੀ ਗੱਲ ਪੜ੍ਹ ਰਹੇ ਸੀ, ਤੁਸੀਂ ਉਹਦੀ ਜਿਹੜੇ ਭਾਸ਼ਣ ਦਾ ਜ਼ਿਕਰ ਕਰਦੇ ਹੋ ਫਿਰ ਕਿਹਾ ਕਿ ਵਾਟ ਇਜ਼ ਮੈਡਨੈਸ। ਨਹੀਂ, ਤੁਸੀਂ ਵਿੱਚੋਂ ਇਹ ਕਿਹਾ ਵਾਟ ਇਜ਼ ਮੈਡਨੈਸ, ਹੈ ਨਾ? ਹਾਂ, ਮੈਂ ਫੀਲ ਕਰਦਾ ਕਿ ਮੈਡਨੈਸ ਹੈ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ। ਹੁਣ ਜਿਹੜਾ ਸਵਾਲ ਸਾਡੇ ਸਾਹਮਣੇ ਜਾ ਸਕਦਾ, ਸਵਾਲ ਜਿਹੜਾ ਸਾਡੇ ਸਾਹਮਣੇ ਹੈ ਕਿ ਪਬਲਿਕ ਆਰਡਰ ਨੂੰ ਡਿਸਟਰਬ ਕਰਨਾ, ਉਹਦੇ ਵਾਸਤੇ ਸੈਡੀਸ਼ਨ ਹੋਣਾ ਚਾਹੀਦਾ ਕਿ ਉਹ ਕਾਫੀ ਹੈ, ਕਿ ਉਹਦੇ ਵਾਸਤੇ ਬਾਕੀ ਕਾਨੂੰਨਾਂ ਚ ਹੋ ਸਕਦਾ, ਜਾਂ ਫਿਰ ਅਗਲਾ ਸਵਾਲ ਜਿਹਦੇ ਗਹਿਰੀ ਚਰਚਾ ਹੋਣ ਦੀ ਲੋੜ ਹੈ। ਇਸ ਕਮਿਸ਼ਨ ਨੇ ਆਪਦੇ ਜਿਹੜੀ ਰਿਪੋਰਟ ਦੇ ਵਿੱਚ ਕਈ ਸਾਰੇ ਪੇਜ ਦੇ ਵਿੱਚ ਲਿਖਿਆ ਹੈ ਕੁਝ ਗੱਲਾਂ, ਜਿਹੜੇ ਉਹਨਾਂ ਨੇ ਕਿਹਾ ਥ੍ਰੈਟਸ ਟੂ ਇੰਡੀਆਜ਼ ਇੰਟਰਨਲ ਸਿਕਿਉਰਿਟੀ। ਇਹਦੇ ਵਿੱਚ ਉਹਨੇ ਜ਼ਿਕਰ ਕੀਤਾ ਹੈ ਕਿਹੜੇ ਥ੍ਰੈਟਸ ਨੇ। ਮਾਓਇਸਟ ਐਕਸਟ੍ਰੀਮਿਜ਼ਮ, militancy and ethnic conflict in the northeast, terrorism in Jammu and Kashmir, secessionist activities in other parts of the country। ਜਿਹੜੇ ਇਸ ਤਰ੍ਹਾਂ ਦੇ ਅੰਦੋਲਨ ਚੱਲ ਰਹੇ ਨੇ, ਸਾਰੇ ਜਵਾਬ ਦਿੱਤੇ ਨੇ ਕਿ ਇਹ ਸਾਰੇ ਇੰਨੇ ਹਾਲਾਤ ਨਾਜ਼ੁਕ ਨੇ, ਸਿਕਿਉਰਿਟੀ ਕੰਸਰਨਸ ਨੇ, ਇਸ ਕਰਕੇ ਇਹ ਕਾਨੂੰਨ ਰੱਖਣਾ ਚਾਹੀਦਾ। ਇਸ ਕਰਕੇ ਗਹਿਰੀ ਤੇ ਗੰਭੀਰ ਚਰਚਾ ਜੇ ਪਾਰਲੀਮੈਂਟ ਦੀ ਜਦੋਂ ਆਏਗੀ, ਉਦੋਂ ਤੇ ਉਸ ਤੋਂ ਪਹਿਲਾਂ ਸਮਾਜ ਦੇ ਚਰਚਾ ਦੀ ਲੋੜ ਹੋਈ ਹੈ ਕਿ ਇਹਦੇ ਬਾਰੇ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਗੰਭੀਰ ਲੋੜ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੁਤਾ, ਯੂਨਿਟੀ, ਇੰਟੈਗ੍ਰਿਟੀ ਐਂਡ ਸੋਵਰਨਟੀ, ਇਹਨੂੰ ਬਚਾਉਣ ਲਈ 124 ਇਹੀ ਚਾਹੀਦੀ ਹੈ ਕਿ ਇਹਨੂੰ ਬਚਾਉਣ ਦੇ ਕੀ ਮਾਧਿਅਮ ਹੋਣਗੇ ਕਿ ਨਹੀਂ ਹੋਣਗੇ, ਜਾਂ ਕਿ ਉਹਦੇ ਵਾਸਤੇ 124 ਜਿਹੜਾ ਉਹ ਕਾਫੀ ਹੈ ਕਿ ਇਸ ਤਰ੍ਹਾਂ ਇੱਕ ਇੰਟੈਗ੍ਰਿਟੀ ਤੇ ਸੋਵਰਨਟੀ ਨੂੰ ਕੋਈ ਬੰਦਾ ਭਾਸ਼ਣ ਦਿੰਦਾ ਹੈ ਤੇ ਤੁਸੀਂ ਕਹਿੰਦੇ ਉਹਦੀ ਟੈਂਡੈਂਸੀ ਹੈ ਇਹਦੇ ਨਾਲ ਹਿੱਲ ਜਾਂਦੀ ਹੈ ਕਿ ਇੰਨੀ ਕਮਜ਼ੋਰ ਹੈ। ਇਸ ਕਰਕੇ ਉਸ ਪੱਖੋਂ ਗੰਭੀਰ ਚਰਚਾ ਦੀ ਲੋੜ ਹੈ। ਸਵਾਲ ਨੂੰ ਮੈਂ ਪੋਲੀਟੀਕਲ ਸੋਲੂਸ਼ਨ ਚ ਪਾ ਕੇ ਪੁੱਛ ਰਿਹਾ ਵੀ ਸਰਕਾਰ ਕੋਲ ਕੁੱਟਣ ਲਈ UAPA ਕਾਫੀ ਨਹੀਂ ਹੈਗਾ, ਇਹ ਵਿੱਚ ਨਾਲ ਜ਼ਰੂਰੀ ਹੈ, ਉਹਦੇ ਨਾਲ ਜ਼ਿਆਦਾ ਨਹੀਂ ਕੁੱਟ ਸਕਦੀ।
ਸਰਕਾਰ ਕੋਲ ਬਹੁਤ ਜ਼ਿਆਦਾ ਕਾਨੂੰਨ ਹਨ। ਹਾਂ, ਇਹ ਕੋਈ ਜ਼ਰੂਰੀ ਨਹੀਂ ਹੈ 124A ਜਿਹੜਾ ਹੈਗਾ The worst ਜਿਹੜੀ ਇਹਨਾਂ of ਨੇ ਗੱਲ ਟਾਡਾ ਕੀਤੀ ਪੋਟਾ ਹੈ, ਚੱਕ ਕੇ ਬਾਤ ਜਿਸ ਹੋ ਰਹੀ। ਵੇਲੇ ਮੈਂ ਉਹੀ ਕਹਿ ਰਿਹਾ ਨਾ ਵੀ ਜਿਸ ਵੇਲੇ ਤੁਸੀਂ ਕਹਿਣਾ ਜੀ ਵੀ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਹੋ, ਉਹ ਇੱਕ ਡਿਫਰੈਂਟ ਚੀਜ਼ ਹੈ। ਸਰਕਾਰ ਦੇ ਅਗੇਂਸਟ ਬੋਲ ਰਹੇ ਹੋ, ਇੱਕ ਡਿਫਰੈਂਟ ਚੀਜ਼ ਹੈ। ਦੋਨਾਂ ਨੂੰ ਆਪਾਂ ਮਿਕਸ ਨਹੀਂ ਕੀਤਾ ਜਾ ਸਕਦਾ। ਓਕੇ, ਦੂਸਰੀ ਚੀਜ਼ ਜਿਹੜੀ ਹਾਂ ਹੈਗੀ ਹੈ ਉਹ ਇਹ ਹੈਗੀ ਠੀਕ ਹੈ ਹੈ, ਰਿਆਸਤ ਤੇ ਉਹ ਰਿਆਸਤ ਹੈ। ਰਿਆਸਤ ਤੇ ਸਰਕਾਰ ਨੂੰ mix ਅगर ਨਾ मैं ਕਰੋ। कोई स्टेट State ਦੇ ਤੇ ਅਗੇਂस्ट government ਨੂੰ ਬੋਲਦਾ, mix मैं ਨਾ अगर ਕਰੋ, मैं ਬਿਲकुल। इंडिया ਦੇ ਅਗੇਂस्ट ਬੋਲਦਾ ਤਾਂ ਜੀ। ਇੱਕ ਡਿਫਰੈਂਟ ਚੀਜ਼ ਹੈ। ਜੀ। ਅਗਰ ਮੈਂ ਮੋਦੀ ਸਰਕਾਰ ਦੀ ਪਾਲਿਸੀਜ਼ ਦੇ ਅਗੇਂस्ट ਬੋਲਦਾ ਇੱਕ ਡਿਫਰੈਂਟ ਚੀਜ਼ ਹੈ। ਨਹੀਂ ਤੁਹਾਨੂੰ ਉਹਦੇ ਸਮਝ ਆ ਪਰ- ਰਹੀ ਨਾ, ਮੋਦੀ ਇਜ਼ ਇੰਡੀਆ ਸਰ, ਖਾਲਿਦ ਜੀ, ਇੰਦਰਾ ਖਾਲਿਦ ਯੂਜ਼ਡ ਟੂ ਜੀ, ਬੀ ਇੰਡੀਆ, ਨਾਓ that's ਮੋਦੀ what I ਇਜ਼ said ਇੰਡੀਆ, ਕਿ ਇਹੀ ਪ੍ਰੋਬਲਮ ਹੈ। ਬਿਲਕੁਲ ਚਰਚਾ ਦੀ ਜਿਹੜੀ ਲੋੜ ਹੈ ਕਿ ਇੰਡੀਆ ਇੰਨੀਆਂ ਗੱਲਾਂ ਤੁਸੀਂ। ਇੰਡੀਆ ਇਜ਼ ਸਟੇਟ ਦੀ ਜਿਹੜੀ ਇੰਟੈਗ੍ਰਿਟੀ, ਸੋਵਰਨਟੀ ਤੇ ਯੂਨਿਟੀ ਹੈ, ਉਹਦੇ ਬਾਰੇ ਜਿਹੜੀ ਗੱਲ ਹੈ ਉਹਨੂੰ ਕੋਈ ਚੈਲੰਜ ਕਰ ਰਿਹਾ ਹੈ ਬੜੇ ਦੋ ਤਰੀਕੇ ਨਾਲ। ਨਹੀਂ, ਉਸ ਸਰਕਾਰ ਦੀ ਯੂਨਿਟੀ ਨੂੰ ਚੈਲੰਜ ਕਰ ਰਿਹਾ। ਹਾਂ, ਕਾਈਂਡਲੀ ਲਿਸਨ ਜੀ, ਯੂਨਿਟੀ, ਇੰਟੈਗ੍ਰਿਟੀ ਤੇ ਸੋਵਰਨਟੀ ਨੂੰ ਇੰਡੀਆ ਦੀ ਚੈਲੰਜ ਕਰ ਰਿਹਾ ਹੈ, ਉਹ ਵੀ ਆਰਗੇਨਾਈਜ਼ਡ ਤਰੀਕੇ ਨਾਲ ਵਾਇਲੈਂਸ ਕਰਕੇ ਕਰ ਰਿਹਾ ਹੈ। ਫਿਰ ਕਿਸ ਤਰ੍ਹਾਂ ਦੇ ਕਾਨੂੰਨ ਦੀ ਲੋੜ ਹੈ ਕਿ ਨਹੀਂ ਹੈ, ਉਸ ਪੱਖੋਂ ਚਰਚਾ ਕਰਨ ਦੀ ਲੋੜ ਹੈ। ਗਵਰਨਮੈਂਟ ਦੇ ਖਿਲਾਫ ਬੋਲਦਾ ਹੈ, ਗਵਰਨਮੈਂਟ ਦੇ ਪ੍ਰਤੀ ਡਿਸਅਫੈਕਸ਼ਨ ਪੈਦਾ ਕਰਦਾ ਹੈ, ਦੈਟਸ ਅ ਡਿਫਰੈਂਟ ਇਸ਼ੂ। ਉਹੀ ਮੈਂ ਕਹਿ ਰਿਹਾ, ਮਤਲਬ ਲੱਗ ਗਿਆ ਜੇ ਕੋਈ ਕੋਗਨੀਜ਼ੇਬਲ ਹੈਗਾ, ਕੋਈ ਜੁਡੀਸ਼ੀਅਲ ਅਥਾਰਟੀ ਨਹੀਂ ਪਤਾ, ਡਿਪੈਂਡ ਕਰਦਾ ਹੈ ਕਿ ਕੌਣ ਇਸ ਕਾਨੂੰਨ ਦਾ ਇਸਤੇਮਾਲ ਕਰ ਰਿਹਾ। ਦੇਖੋ ਸਾਰੇ ਉਹਨੇ ਲੀਗਲੀ ਲਿਟਰੇਟ ਤਾਂ ਹੈ ਨਹੀਂ। ਜਿਹੜਾ ਇੰਸਪੈਕਟਰ ਬੈਠਾ ਹੈ, ਜਿਹੜਾ ਮੁੰਸ਼ੀ ਬੈਠਾ ਹੈ, ਜਿਸਨੇ ਲਿਖਣੀ ਹੈ FIR, ਇੰਸਪੈਕਟਰ ਤਾਂ ਯੂਜ਼ ਨਹੀਂ ਕਰਦਾ ਨਾ, ਯੂਜ਼ ਤਾਂ ਸਰਕਾਰ ਹੀ ਕਰਦੀ ਹੈ ਨਾ। ਹਾਂ, ਮੈਂ ਤੁਸੀਂ ਕਾਈਂਡਲੀ ਟਰਾਈ ਟੂ ਅੰਡਰਸਟੈਂਡ ਮੈਂ ਕੀ ਕਹਿ ਰਿਹਾ। ਮੈਂ ਕਹਿ ਰਿਹਾ ਕਿ ਜਿਹੜੀ ਗਵਰਨਮੈਂਟ ਦੇ ਪ੍ਰਤੀ ਡਿਸਅਫੈਕਸ਼ਨ ਦੀ ਗੱਲ ਹੈ, ਉਹ ਲਿਖ ਕੇ ਪੂਰੇ ਕਮਿਸ਼ਨ ਦੀ ਰਿਪੋਰਟ ਗੱਲ ਕੀ ਕਰ ਰਹੀ ਹੈ। ਜਦੋਂ ਮੈਂ ਦੱਸੇ ਕਿ ਖਤਰੇ ਦੱਸਦੀ ਹੈ, ਗੱਲ ਇਹ ਕਰ ਰਹੀ ਹੈ ਵੀ ਆਪ ਦੇਸ਼ ਨੂੰ ਖਤਰੇ ਨੇ। ਤੁਸੀਂ ਨੈਸ਼ਨਲ ਇੰਡੀਅਨ ਸਟੇਟ ਦੀ ਇੰਟੈਗ੍ਰਿਟੀ, ਯੂਨਿਟੀ ਤੇ ਸੋਵਰਨਟੀ ਨੂੰ ਖਤਰੇ ਦੇ ਆਧਾਰ ਦੱਸ ਕੇ ਤੁਸੀਂ ਕਾਨੂੰਨ ਬਣਾ ਰਹੇ ਹੋ ਸਰਕਾਰ ਦੇ ਖਿਲਾਫ ਡਿਸਅਫੈਕਸ਼ਨ, ਜਾਂ ਸਰਕਾਰ ਜਿਹੜੀ ਚੁਣੀ ਹੋਈ ਹੈ ਉਹਦੇ ਖਿਲਾਫ ਬੋਲ ਕੇ ਤੁਸੀਂ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਨਫ਼ਰਤ ਫੈਲਾ ਰਹੇ ਹੋ। ਐਟ ਦਾ ਮੋਸਟ ਇਹ ਕਹਿੰਦੀ ਹੈ ਨਾ। ਹੁਣ ਉਹਦੇ ਦੋ ਬੜੇ ਲੋਕਤੰਤਰ ਕਿਵੇਂ ਬਚੇਗਾ? ਇਹ ਰਿਸਟ੍ਰਿਕਸ਼ਨ ਇਸ ਕਰਕੇ ਠੀਕ ਨਹੀਂ ਗਈ ਕਿ ਲੋਕਤੰਤਰ ਬਚਣ ਵਾਸਤੇ ਜਿਹੜੀ ਹੁਣ ਚੁਣੀ ਹੋਈ ਸਰਕਾਰ ਹੈ, ਉਹ ਸਰਕਾਰ ਗਲਤ ਕੰਮ ਕਰ ਰਹੀ ਹੈ, ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਕਰ ਰਹੀ। ਤੁਸੀਂ ਵਿਨੋਦ ਦੁਆ ਦੇ ਕੇਸ ਦਾ ਜ਼ਿਕਰ ਕੀਤਾ, ਕਰੋਨਾ ਬਾਰੇ ਬੋਲਣ ਤੇ ਸੈਡੀਸ਼ਨ ਕਰ ਦਿੱਤਾ। ਉਹਨਾਂ ਨੇ ਕਿਹਾ ਕੋਵਿਡ ਕੇਸ ਠੀਕ ਨਾ ਹੈਂਡਲ ਨਹੀਂ ਕਰ ਰਹੀ ਸਰਕਾਰ, ਨੇ ਕਿਹਾ ਦੇਸ਼ ਧਰੋਹ ਹੈ, ਦੇਸ਼ ਧਰੋਹ ਹੈ। ਇਸ ਕਰਕੇ ਸਰਕਾਰ ਦੇ ਖਿਲਾਫ ਤਾਂ ਬੋਲਣਾ ਲੋਕਤੰਤਰ ਦੇ ਵਿੱਚ ਅਤੀ ਅਹਿਮ ਹੈ ਕਿ ਕਿਉਂਕਿ ਅਗਲੀ ਸਰਕਾਰ ਬਦਲੇ ਹੋ, ਅਦਰਵਾਇਜ਼ ਤਾਂ ਡੈਮੋਕ੍ਰੇਸੀ ਨਹੀਂ ਬਚੇਗੀ ਜੀ। ਥੋੜੀ ਕਹਿ ਰਹੇ ਨੇ ਮਾਰਚ 1922 ਦਾ ਮਹਾਤਮਾ ਗਾਂਧੀ ਦਾ ਬਿਆਨ, ਇਹ ਚਿਤਰਾਂਸ਼ੁਲ ਸਿਨਹਾ ਦੀ ਕਿਤਾਬ ਜਿਹੜੀ ਹੈ ਸੈਡੀਸ਼ਨ ਦੇ 124A ਦੇ ਉੱਤੇ, ਉਹ ਕਹਿ ਰਹੇ ਨੇ ਕਿ ਭਾਈ ਅਫੈਕਸ਼ਨ ਜਿਹੜੀ ਮੇਰੇ ਦਿਲ 'ਚ ਸਰਕਾਰ ਦੇ ਪ੍ਰਤੀ ਪਿਆਰ ਹੈ, ਤੁਸੀਂ ਕਾਨੂੰਨ ਨਾਲ ਪੈਦਾ ਨਹੀਂ ਕਰ ਸਕਦੇ। ਮੈਂ ਆਪਣਾ ਪ੍ਰਿਵਿਲੇਜ ਸਮਝਦਾ ਕਿ ਤੁਸੀਂ 124A ਮੇਰੇ ਤੇ ਜਿਹੜੀ ਠੋਕੀ ਹੈ ਨਾ, ਇਹ ਤਗਮਾ ਹੈ, ਅਸੀਂ ਤਗਮੇ ਲੈ ਕੇ ਫਿਰਦੇ ਹਾਂ। ਇਹਨਾਂ ਨੇ ਜਦੋਂ ਨਹਿਰੂ ਨੂੰ ਕਿਹਾ ਕਿ ਭਾਈ ਤੂੰ ਚੁੱਪਚਾਪ ਜੇ ਆ ਕੇ, ਨਹਿਰੂ ਦਾ ਨਾਮ ਨਾ ਲਵੋ। ਅੱਛਾ ਨਹਿਰੂ ਦਾ, ਹਾਂ ਥੋੜਾ ਜਿਹਾ ਮੁਸ਼ਕਿਲ ਹੋ ਜਾਏਗੀ ਤੁਹਾਨੂੰ। ਕਿਹਦਾ? ਮੈਂ ਮੌਲਾਨਾ ਆਜ਼ਾਦ ਦਾ ਲੈ ਲੈਣਾ। ਇੱਕ ਤਾਂ ਇਹ ਬੜੀ ਪ੍ਰੋਬਲਮ ਹੈ, ਜਿੱਦਾਂ ਉੱਤੇ ਇਮਰਾਨ ਖਾਨ ਦਾ ਨਾਂ ਲੈਣ ਤੇ ਮਨਾਈ ਹੋ ਗਈ ਹੈ, ਉਹਨੂੰ ਹੁਣ ਕਾਸਿਮ ਦਾ ਆਬੂ ਕਹਿੰਦੇ ਨੇ। ਹੁਣ ਅਸੀਂ ਹਨਾ, ਹੁਣ ਅਸੀਂ ਕਿਹਦਾ ਡੈਡੀ ਕਿਆ ਕਰੀਏ? ਮੌਲਾਨਾ ਆਜ਼ਾਦ ਨਾਰਾ ਨੂੰ 124A ਦੇ ਥੱਲੇ ਉਹਨਾਂ ਨੇ ਜੇਲ੍ਹ 'ਚ ਸੁੱਟਤਾ, 1 ਸਾਲ ਦੀ ਸਜ਼ਾ ਲਈ, 1 ਸਾਲ ਦੀ। ਉਹਨਾਂ ਨੇ ਕਿਹਾ ਯਾਰ ਇਹ 1 ਸਾਲ ਲਈ ਜਿਹੜਾ ਸੁੱਟਿਆ ਮੈਨੂੰ ਜੇਲ੍ਹ 'ਚ, ਇਹ ਮੇਰੇ ਵਰਗੇ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਨੇ ਇਹੋ ਜੀ ਆ ਕੇ ਸਪੀਚ ਦਿੱਤੀ ਨਾ ਕੋਰਟ ਦੇ ਵਿੱਚ ਠੋਕ ਕੇ ਕਿ ਅਗਲਿਆਂ ਨੇ ਸਾਈਆਂ ਨੇ ਟਿਕਾ ਕੇ 3 ਸਾਲਾਂ ਲਈ ਅੰਦਰ ਕੀਤਾ। ਮੌਲਾਨਾ ਆਜ਼ਾਦ ਨੇ ਕਿਹਾ ਹੁਣ ਇੱਜ਼ਤ ਬਚੀ ਹੈ। ਇਹ 124 ਇਹ ਇਹੋ ਜਿਹਾ ਕਾਨੂੰਨ ਹੈ। ਨਹਿਰੂ ਆਲਸੋ ਪਲੈਡਡ ਫॉर ਬਿਗਰ ਸੈਂਟੈਂਸ, ਤੇ ਨਹਿਰੂ ਨੂੰ ਵੀ ਫਿਰ ਵੱਡਾ ਸੈਂਟੈਂਸ ਮਿਲਿਆ। ਹੁਣ ਗੱਲ ਚਲੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਜਿਹੜੀ ਰਾਜੀਵ ਜੀ ਦੀ ਮੈਨੂੰ ਇਹ ਲੱਗੀ ਹੈ ਕਿ ਇਹ ਹੁਣ ਡਿਪੈਂਡ ਕਰਦਾ ਹੈ ਕਿ ਬਹਿਸਾਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਹੋਣਗੀਆਂ। ਜੇ ਤਾਂ ਬਹਿਸਾਂ ਇਹਦੇ ਤੇ ਹੋਣੀਆਂ ਨੇ ਭਾਈ ਕਿਹੜੇ ਕਿਹੜੇ ਸਿਆਸਤਦਾਨ ਨੇ ਦੂਜਾ ਵਿਆਹ ਕੀਤਾ, ਪਹਿਲਾ ਵਿਆਹ ਕੀਤਾ, ਤੇ ਰੋਜ਼ YouTube ਵੀ ਪੱਤਰਕਾਰੀ ਨੇ ਤੁਹਾਨੂੰ ਇਹਦੇ ਵਿੱਚ ਉਲਝਾ ਲੈਣਾ, ਫਿਰ ਤੇ ਇਹ 124 ਕੋਈ ਸਬਜੈਕਟ ਥੋੜੀ, ਇਹਦੇ ਤੇ ਕੌਣ ਬਹਿਸ ਕਰ ਰਿਹਾ ਕੌਣ ਨਹੀਂ। ਮੈਨੂੰ ਵੀ ਸਲਾਹ ਦਿੱਤੀ ਜਾ ਰਹੀ ਸੀ ਕਿ ਪੰਜਾਬੀਆਂ ਦੇ ਵਿੱਚ ਇਹਦੇ ਬਾਰੇ ਕੋਈ ਟਰੈਕਸ਼ਨ ਨਹੀਂ ਹੋਏਗੀ, ਕੌਣ ਇੰਟਰਸਟਿਡ ਹੈ ਇਹੋ ਜਿਹੇ ਸਬਜੈਕਟਸ ਦੇ ਵਿੱਚ। ਤੁਸੀਂ ਜੇ ਇਸ ਤਰ੍ਹਾਂ ਸੋਚਦੇ ਹੋ ਤਾਂ ਫਿਰ ਉਹ ਬਹਿਸਾਂ ਤੇ ਵਾਕਈ ਜ਼ਿਆਦਾ ਮਸਾਲੇਦਾਰ ਨੇ। ਵਰਨਾ ਜਿਨ੍ਹਾਂ ਰੂਹਾਂ ਦੇ ਉੱਤੇ, ਜਿਨ੍ਹਾਂ ਜਿਸਮਾਂ ਦੇ ਉੱਤੇ 124A ਦੇ ਠੱਪੇ ਲੱਗੇ ਨੇ, 47 ਤੋਂ ਪਹਿਲਾਂ ਵੀ, 47 ਤੋਂ ਬਾਅਦ ਵੀ, ਅੱਜ 153 ਸਾਲਾਂ ਬਾਅਦ ਵੀ, ਜੇ ਅਸੀਂ ਉਸ ਕਾਨੂੰਨ ਨਾਲ ਉਲਝ ਸੁਲਝ ਰਹੇ ਹਾਂ ਤੇ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਨੇ, ਤਾਂ ਇਹਨਾਂ ਗੱਲਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ। ਬਰੀਕ ਕਾਨੂੰਨ ਸਾਜ਼ੀ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਇਵੈਂਚੁਅਲੀ ਦੇਸ਼ ਉਹੋ ਜਿਹਾ ਨਹੀਂ ਬਣਦਾ ਜਿਹੋ ਜਿਹਾ 124 ਵਰਗੇ ਕਾਨੂੰਨ ਤੁਹਾਨੂੰ ਕੁੱਟ ਮਾਰ ਕੇ ਬਣਾਉਣਾ ਚਾਹੁੰਦੇ ਨੇ। ਦੇਸ਼ ਉਹੋ ਜਿਹਾ ਬਣਦਾ ਜਿਹੋ ਜਿਹਾ ਜਾਗਰੂਕ ਨਾਗਰਿਕ ਉਸ ਨੂੰ ਬਣਾ ਕੇ ਰੱਖਣਾ ਜਾਣਦਾ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।